ਅੱਜ ਤੁਹਾਨੂੰ 70 ਸਾਲ ਪੁਰਾਣਾ ਸੈਕਟਰ 22 ਦਿਖਾਵਾਂਗੇ। ਇਹ ਤੁਹਾਡੇ ਸਾਹਮਣੇ ਬੂਥ ਨੇ। ਦੱਸਿਆ ਜਾ ਰਿਹਾ ਵੀ ਇਹ ਜਿਹੜੇ ਬੂਥ ਨੇ ਇਹ ਚੰਡੀਗੜ੍ਹ ਸਭ ਤੋਂ ਪਹਿਲਾਂ ਉਸਰੇ ਸੀ। 10 ਬੂਥ ਦੱਸਿਆ ਜਾ ਰਿਹਾ। ਇਹਦੀ ਹਿਸਟਰੀ ਚੰਡੀਗੜ੍ਹ ਪ੍ਰਸ਼ਾਸਨ ਦੇ ਵੀ ਅੱਜ ਦੇ ਕਿਸੇ ਵੀ ਅਫਸਰਾਂ ਦੇ ਕੋਲ ਨਹੀਂ ਹੈ ਜੀ, ਕਿਉਂਕਿ ਦੱਸ ਹੋ ਹੀ ਸਕਦਾ ਜਿਹਦੀ ਜਿਹੜਾ ਸਭ ਤੋਂ ਪੁਰਾਣਾ ਹੈ ਸ਼ਹਿਰ ਦੇ ਵਿੱਚ, ਜਿਹਨੇ ਸਭ ਕੁਝ ਦੇਖਿਆ ਹੋ। ਸਾਡੀ ਇਸ ਦੁਕਾਨ ਦੀ ਜਿਹੜੀ ਸੇਲ ਸੀ 37.5 ਰੁਪਏ ਸੇਲ ਸੀ ਪਹਿਲੇ ਦਿਨ। ਨਾ ਟੋਟਲ 5 ਮਹੀਨੇ ਦੀ ਸੇਲ ਜਿਹੜੀ ਹੈ 5 ਮਹੀਨੇ ਦੀ ਸੇਲ 37.5 ਰੁਪਏ ਅਸੀਂ ਵਟੇ ਸੀ। ਇਹ ਜਿਹੜਾ ਸਾਹਮਣੇ ਪੰਜਾਬ ਨੈਸ਼ਨਲ ਬੈਂਕ ਨਜ਼ਰ ਆ ਰਿਹਾ ਹੈ, ਇਹ ਮਾਰਚ 1953 ਚ ਪੰਜਾਬ ਨੈਸ਼ਨਲ ਬੈਂਕ ਇੱਥੇ ਖੁੱਲਿਆ ਸੀ ਇਸ ਜਗ੍ਹਾ ਤੇ। ਜਿਹੜੇ 5-4 ਬੰਦੇ ਸੀ ਉਹ ਮੈਨੇਜਰ ਨੂੰ ਘੁਸਣ ਨਹੀਂ ਦਿੰਦੇ ਸੀ। ਉਹ ਕਿਉਂ? ਉਹ ਕਹਿੰਦੇ ਨਹੀਂ ਇਹ ਸ਼ਹਿਰ ਵਸਣਾ ਨਹੀਂ, ਸਾਨੂੰ ਜੰਗਲ 'ਚ ਲਿਆ ਕੇ ਖੜਾ ਕਰ ਦਿੱਤਾ। ਤੇ ਵਸਣ 2 ਮੈਨੇਜਰ ਬਦਲੇ ਤੇ 22 ਹਾਂ। ਤੇ ਜਿੱਲੇ ਉਹ ਆਂਦੇ ਸੀ ਤੇ ਜਿਹੜੇ ਉਹ 4 ਬੰਦੇ ਸੀ ਨਾ, ਉਹ ਜੁੱਤੀਆਂ ਦਾ ਹਾਰ ਲੈ ਕੇ ਸਵਾਗਤ ਵਾਸਤੇ ਖੜੇ ਹੁੰਦੇ ਸੀ ਮੈਨੇਜਰ ਦਾ। ਹੁਣ ਤੁਹਾਨੂੰ ਚੰਡੀਗੜ੍ਹ 'ਚ 2 ਸਭ ਤੋਂ ਪਹਿਲਾਂ ਜਿਹੜੇ ਸਰਕਾਰੀ ਕੁਆਟਰ ਬਣੇ ਹੈ ਸੈਕਟਰ 22 ਵਿੱਚ, ਉਹ ਦਿਖਾਉਂਦੇ ਆ। ਹੁਣ ਤੁਹਾਨੂੰ ਚੰਡੀਗੜ੍ਹ ਦਾ ਪਹਿਲਾ ਡਾਕਖਾਨਾ ਸੈਕਟਰ 22 'ਚ ਜਿਹੜਾ ਬਣਿਆ ਸੀ ਉਹਦੀ ਕਹਾਣੀ ਦੱਸਦੇ। ਜੈਨ ਸਾਹਿਬ, ਇਹਦੀ ਕਹਾਣੀ। ਇਹ ਜਿਹੜਾ ਡਾਕਖਾਨਾ ਹੈ ਵੀ ਉੱਥੇ ਬੂਥਾਂ ਦੇ ਵਿੱਚ ਖੁੱਲਿਆ ਸੀਗਾ, ਜਿਹੜੇ ਬਸ ਹਾਂ ਉਧਰ ਬੂਥਾਂ ਦੇ ਵਿੱਚ ਹੀ ਡਾਕਖਾਨਾ ਪਹਿਲਾਂ ਸਭ ਤੋਂ ਪਹਿਲਾਂ ਖੁੱਲਿਆ ਸੀ। ਚੰਡੀਗੜ੍ਹ ਦਾ ਪਹਿਲਾ ਡਾਕਖਾਨਾ, ਉਸ ਤੋਂ ਬਾਅਦ ਕਿਰਨ ਸਿਨੇਮਾ, ਚੰਡੀਗੜ੍ਹ ਦਾ ਪਹਿਲਾ ਸਿਨੇਮਾ ਹਾਲ। ਔਰ ਇਹ ਜਿਹੜੀ ਤੁਸੀਂ ਸਾਹਮਣੇ ਪਾਰਕਿੰਗ ਦੇਖ ਰਹੇ ਹੋ ਨਾ, ਪਾਰਕਿੰਗ ਨਹੀਂ ਹੁੰਦੀ ਸੀ, ਇਹ ਪਾਰਕ ਹੁੰਦੇ ਸੀ। ਇਹ ਗ੍ਰੀਨਰੀ ਸੀ, ਇਹ ਗ੍ਰੀਨਰੀ ਸੀਗੀ, ਸਭ ਪਾਰਕ ਸੀਗੇ ਸਾਹਮਣੇ। ਇਹ ਜਦੋਂ ਸ਼ੋਰੂਮ ਹਾਂਜੀ ਇੱਥੇ ਨਾ, ਕਿਉਂਕਿ ਉਦੋਂ ਇੰਨੀਆਂ ਗੱਡੀਆਂ ਤਾਂ ਸੀਗੀਆਂ ਨਹੀਂ, ਤਾਰਾਂ ਲੱਗੀਆਂ ਹੁੰਦੀਆਂ ਸੀ, ਪਾਰਕ ਹੁੰਦੇ ਸੀ ਤਾਂ ਕਿ ਜਿਹੜੇ ਵੀ ਲੋਕ ਆਉਣ ਉਹ ਇੱਥੇ ਬਹਿ ਕੇ ਦੁਕਾਨਾਂ ਦੇ ਉੱਪਰ, ਜਿਸ ਤਰ੍ਹਾਂ EMPLOYEES ਹੁੰਦੇ ਸੀ ਦੁਪਹਿਰੀ ਉਹਨਾਂ ਦੇ ਖਾਣ ਵਾਸਤੇ, ਰੋਟੀ ਖਾਣ ਵਾਸਤੇ। ਬਿਲਕੁਲ ਜਿੰਨੀਆਂ ਅੱਜ ਕਾਰਾਂ ਨੇ, ਇੰਨੇ ਸਾਈਕਲ ਵੀ ਨਹੀਂ ਸੀਗੇ, ਇੰਨੇ ਲੋਕ ਵੀ ਨਹੀਂ ਸੀਗੇ ਉਸ ਵੇਲੇ ਤਾਂ। ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਚੰਡੀਗੜ੍ਹ ਦਾ ਪਹਿਲਾ ਸਿਨੇਮਾ ਹਾਲ ਜਿਹੜਾ ਬਣਿਆ ਸੀਗਾ, ਕਿਰਨ ਸਿਨੇਮਾ। ਇਹ ਵੀ ਉਦੋਂ ਦੀਆਂ ਯਾਦਾਂ, ਇੱਥੇ ਪਿਕਚਰ ਲੱਗਦੀ ਸੀ। ਇਹ ਚੰਡੀਗੜ੍ਹ ਦਾ ਮਾਂ ਸੈਕਟਰ ਹੈ, ਮਦਰ ਸੈਕਟਰ ਹੈ। ਔਰ ਸਾਡੀ ਮਾਂ ਅਸਲ ਮਾਂ ਹੈ। ਔਰ ਬਾਅਦ ਚ ਬਣਿਆ, ਬਾਅਦ ਸਭ ਕੁਝ ਦੇਖੋ, ਜਿਹੜਾ ਸੈਕਟਰ 17 ਹੈ ਉਹ ਬਾਅਦ ਚ ਬਣਿਆ, ਉਹਦੀ ਵੀ ਮੈਂ ਤੁਹਾਨੂੰ ਦੱਸਾਂਗਾ ਹਿਸਟਰੀ ਕੀ ਹੈਗੀ ਹੈ। ਇਹ ਇਸ ਮਾਂ ਨੂੰ ਅੱਜ ਚੰਡੀਗੜ੍ਹ ਪ੍ਰਸ਼ਾਸਨ ਭੁੱਲ ਗਿਆ। ਪਿੰਡ ਤੇ ਕਿੰਨੀਆਂ ਜਗ੍ਹਾ ਤਬਾਹ ਹੋਈਆਂ ਡਿਵੈਲਪਮੈਂਟ ਵਾਸਤੇ, ਤੇ ਕਈ ਕੁਰਬਾਨੀਆਂ ਦਾ ਗੱਲ ਨਿਕਲੀ। ਜੈਨ ਸਾਹਿਬ, ਇੱਕ ਉਹ ਪਿੰਡਾਂ ਵਾਲੇ ਠੀਕ ਹੈ, ਇੱਕ ਪਿੰਡਾਂ ਵਾਲੇ ਇੱਕ ਨਾ ਇੱਕ ਸੁਣੋ ਪਿੰਡਾਂ ਵਾਲੇ ਇੱਕ ਨਾ ਕੂਕ ਇੱਕ ਤਰਲਾ ਮਾਰ ਰਹੇ ਆ ਵੀ ਯਾਰ ਤੁਸੀਂ ਕੁਛ ਨਹੀਂ ਸਾਡੇ ਲਈ ਕੀਤਾ। ਜਿਵੇਂ ਸੈਕਟਰ 17 ਹੈ, ਸੈਕਟਰ 22 ਹੈ, ਕਿਤੇ ਛੋਟਾ ਜਿਹਾ ਇੱਕ ਬੋਰਡ ਹੀ ਲਾ ਦਿਓ ਵੀ ਪਿੰਡ ਰੁੜਕੀ ਪੜਾਓ। ਲਓ ਜੀ, ਤੁਹਾਨੂੰ ਹੁਣ ਚੰਡੀਗੜ੍ਹ ਦੀ ਪਹਿਲੀ ਹਲਵਾਈ ਮਾਰਕੀਟ ਦਿਖਾਉਂਦੇ ਆ। ਜਿਹੜੀ ਰੌਣਕ ਹੁੰਦੀ ਸੀ, ਇਹ ਰੌਣਕ ਇਸ ਤਰ੍ਹਾਂ ਦੀ ਹੁੰਦੀ ਸੀ ਤਿਉਹਾਰ ਦੇ ਉੱਪਰ ਤਰਲੋਚਨ ਜੀ, ਕਿ ਤੁਹਾਨੂੰ ਤੁਰਨ ਦੀ ਲੋੜ ਨਹੀਂ ਪੈਂਦੀ ਸੀ। ਤੁਸੀਂ ਆਪਣੇ ਆਪ ਹੀ ਜਿੱਥੇ ਪਹੁੰਚ ਜਾਂਦੇ ਸੀ, ਲੋਕ ਹੀ ਤੁਹਾਨੂੰ ਆਪਣੇ ਪਹੁੰਚਾ ਦਿੰਦੇ ਸੀ। ਆਪਣੇ ਅਫਸਰ ਨੇ ਇਹ ਤੇ ਏਸੀ ਕਮਰਿਆਂ ਚੋਂ ਨਿਕਲਦੇ ਹੀ ਨਹੀਂ। ਨਾ ਪਤਾ ਹੀ ਨਹੀਂ, ਇਹ ਤੇ ਐਸ਼ ਕਰਨ ਆਏ ਦੇ। ਇਹ ਚੰਡੀਗੜ੍ਹ ਹੁਣ ਐਸ਼ ਦਾ ਸ਼ਹਿਰ ਹੋ ਗਿਆ। हर MLA मिनिस्टर जिन्हें भी बाहरों लोग आए होंगे सी सारे उतों की लंच इत्थे करन आने। जिहड़ा भी कोई बाहरों आंदा
कोई त्यौहार, कोई किसी किस्म की कोई एक्टिविटी वो 22 सैक्टर ही होंदी सी। ये एक गढ़ सी, इहने सारे शहर नूं जन्म दिता है। जिहड़ा अगर तुसी कहो डेवलपमेंट टैक्स नाल ही होंदी है, टैक्स रेवन्यू नाल होंदी है ना। अगर शहर का सारा जिन्ना भी शहर वसिया वो 22 सैक्टर के रेवन्यू नाल ही वसिया ना। तो वो रेवन्यू जिन्ना अज की तरीक भी इकट्ठा होंदा है, सब तो ज़्यादा मैं समझदा रेवन्यू 22 सैक्टर तो इकट्ठा होकर अज भी टैक्स सैक्टर जाता है। चंडीगढ़ नूं बनिया 1 नवंबर 2022, पूरे 70 साल हो गए। ਅੱਜ ਤੁਹਾਨੂੰ 70 ਸਾਲ ਪੁਰਾਣਾ ਸੈਕਟਰ 22 ਦਿਖਾਵਾਂਗੇ। ਚੰਡੀਗੜ੍ਹ ਦਾ ਸੈਕਟਰ 22 ਬੜਾ ਮਸ਼ਹੂਰ ਹੈ ਔਰ ਖਾਸ ਕਰਕੇ ਇਹ ਮਾਰਕੀਟ ਬੜੀ ਵੱਡੀ ਮਾਰਕੀਟ ਮੰਨੀ ਜਾਂਦੀ ਹੈ। ਇਸ ਮਾਰਕੀਟ ਨੂੰ ਸੋਨੇ ਦੀ ਮਾਰਕੀਟ, ਗੋਲਡ ਦੀ ਮਾਰਕੀਟ ਵਜੋਂ ਵੀ ਜਾਣਿਆ ਜਾਂਦਾ, ਕਿਉਂਕਿ ਇੱਥੇ ਗੋਲਡ ਦੇ ਵੱਡੇ ਸਟੋਰ ਨੇ। ਤੁਸੀਂ ਦੇਖ ਸਕਦੇ ਜੇ ਇੱਕ ਇੱਥੇ ਕਲੌਥ ਪੈਲੇਸ ਹੈ, ਕਹਿੰਦੇ 1952 'ਚ ਇਹ ਦੁਕਾਨ ਖੁੱਲ੍ਹੀ ਸੀ, 70 ਸਾਲ ਪਹਿਲੋਂ। ਤੇ ਇਧਰਲੇ ਪਾਸੇ ਸਰਕਾਰੀ ਕੁਆਟਰ ਨੇ। ਇਹ ਜਿਹੜੇ ਸਰਕਾਰੀ ਕੁਆਟਰ ਨੇ ਇਹਨਾਂ ਵਿੱਚ ਪੰਜਾਬ, ਹਰਿਆਣਾ ਤੇ ਯੂਟੀ ਦੇ ਵੱਡੇ ਅਫਸਰ ਰਹਿੰਦੇ ਨੇ। ਔਰ 70 ਸਾਲ ਪਹਿਲੋਂ ਇੱਥੇ ਕੀ ਸੀ ਅੱਜ ਤੁਹਾਨੂੰ ਇਹ ਦਿਖਾਉਣਾ ਹੈ। ਪਰ ਇੱਕ ਗੱਲ ਯਾਦ ਵੀ ਕਰਾਉਣੀ ਹੈ, ਜਦੋਂ ਚੰਡੀਗੜ੍ਹ ਵਸਾਇਆ ਸੀ ਤੇ ਇਸੇ ਸੈਕਟਰ 22 ਵਿੱਚ ਪਿੰਡ ਜਿਹੜਾ ਹੁੰਦਾ ਸੀ ਰੁੜਕੀ ਪੜਾਓ। ਰੁੜਕੀ ਪੜਾਓ ਪਿੰਡ ਜਿਹੜਾ ਇੱਥੇ ਵੱਸਦਾ ਸੀ। ਇੱਥੇ ਖੇਤ ਸੀ, ਇੱਥੇ ਖੂਹ ਸੀ, ਇੱਥੇ ਹਵੇਲੀਆਂ ਸੀ, ਇੱਥੇ ਡੰਗਰ ਸੀ। ਔਰ ਕਹਿੰਦੇ ਨੇ ਇੱਥੇ ਮੂੰਗਫਲੀ, ਮੱਕੀ ਤੇ ਕਪਾਹ ਦੀ ਖੇਤੀ ਖੂਬ ਹੁੰਦੀ ਸੀ। ਪਰ ਅੱਜ ਇਹ ਸੈਕਟਰ ਵਿੱਚ ਪਿੰਡ ਰੁੜਕੀ ਦਾ ਨਾਮ ਨਿਸ਼ਾਨ ਵੀ ਨਹੀਂ ਹੈ। ਪਿੰਡ ਰੁੜਕੀ ਬਹੁਤ ਵੱਡਾ ਸੀ। ਸੈਕਟਰ 22, ਸੈਕਟਰ 21 ਤੇ ਸੈਕਟਰ 17। ਪਿਛਲੇ ਦਿਨੀ ਤੁਹਾਨੂੰ ਪੁਰਾਣਾ ਸੈਕਟਰ 17 ਵੀ ਦਿਖਾਇਆ ਸੀ ਇਸੇ ਪ੍ਰੋਗਰਾਮ ਤਹਿਤ। ਸੋ 3 ਸੈਕਟਰ 21, 22 ਤੇ 17 ਪਿੰਡ ਰੁੜਕੀ ਤੇ ਵਸੇ ਨੇ। ਤੇ ਆਓ ਤੁਹਾਨੂੰ ਅੱਜ ਦਿਖਾਉਂਦੇ ਆ ਸੈਕਟਰ 22 ਦਾ ਮੁੱਢ ਕਿੱਥੋਂ ਵੱਜਾ ਸੀ। ਔਰ ਦਰਅਸਲ ਚੰਡੀਗੜ੍ਹ ਦਾ ਮੁੱਢ ਵੀ ਸੈਕਟਰ 22 ਤੋਂ ਹੀ ਸ਼ੁਰੂ ਹੋਇਆ ਸੀ। ਹੁਣ ਇਹ ਤੁਹਾਨੂੰ ਚੰਡੀਗੜ੍ਹ ਦੇ ਉਸ ਥਾਂ ਤੇ ਲੈ ਕੇ ਆਏ ਆ, ਸੈਕਟਰ 22D, ਜਿੱਥੋਂ ਚੰਡੀਗੜ੍ਹ ਉਸਰਨਾ ਸ਼ੁਰੂ ਹੋਇਆ ਸੀ। ਇਹ ਤੁਹਾਡੇ ਸਾਹਮਣੇ ਬੂਥ ਨੇ। ਦੱਸਿਆ ਜਾ ਰਿਹਾ ਵੀ ਇਹ ਜਿਹੜੇ ਬੂਥ ਨੇ ਇਹ ਚੰਡੀਗੜ੍ਹ 'ਚ ਸਭ ਤੋਂ ਪਹਿਲਾਂ ਉਸਰੇ ਸੀ। 10 ਬੂਥ ਦੱਸਿਆ ਜਾ ਰਿਹਾ। ਔਰ ਤੁਸੀਂ ਵੀ ਕਈ ਵਾਰੀ ਇਹਨਾਂ ਬੂਥਾਂ ਵਿੱਚ ਐਨਕਾਂ ਲੈਣ ਜਾਂ ਭੁਜੀਆ, ਬਿਸਕੁਟ ਲੈਣ ਆਏ ਹੋਵੋਗੇ। ਸੋ ਜਿੱਥੇ ਮੁੱਢ ਵੱਜਿਆ ਸੀ ਉੱਥੋਂ ਸ਼ੁਰੂ ਕਰਦੇ ਆ ਚੰਡੀਗੜ੍ਹ ਤੇ ਸੈਕਟਰ 22 ਦਾ ਮੁੱਢ ਕਿਵੇਂ ਵੱਜਿਆ। ਔਰ ਇਹਦੇ ਸੰਬੰਧ ਵਿੱਚ ਸਾਡੇ ਨਾਲ ਨੇ ਅਰਵਿੰਦ ਜੈਨ, ਜਿਹੜੇ ਸੈਕਟਰ 22D ਮਾਰਕੀਟ ਦੇ ਪ੍ਰਧਾਨ ਨੇ। ਕਲੌਥ ਪੈਲੇਸ ਇੱਕ ਪੁਰਾਣੀ ਦੁਕਾਨ ਹੈ, ਕਹਿੰਦੇ ਸ਼ੁਰੂ 'ਚ ਖੁੱਲ੍ਹੀ ਉਹ ਸੀ, ਉਹਦੇ ਮਾਲਕ ਨੇ। ਔਰ ਵੱਡੀ ਗੱਲ ਇਹ ਹੈ ਵੀ ਚੰਡੀਗੜ੍ਹ ਦਾ ਕੋਈ ਵੀ ਮੁੱਦਾ ਹੋਵੇ, ਉਹ ਵਪਾਰੀਆਂ ਦਾ ਹੋਵੇ, ਉਹ ਟ੍ਰੈਫਿਕ ਦਾ ਹੋਵੇ, ਉਹ ਸ਼ਹਿਰ ਦੇ ਕਿਸੇ ਵੀ ਮੁੱਦੇ ਦਾ ਹੋਵੇ, ਅਰਵਿੰਦ ਜੈਨ ਉੱਥੇ ਜ਼ਰੂਰ ਬੋਲਦੇ ਨੇ। ਅੱਜ ਉਹਨਾਂ ਨੇ ਸਾਨੂੰ ਸਮਾਂ ਦਿੱਤਾ। ਜੈਨ ਸਾਹਿਬ ਬਹੁਤ ਧੰਨਵਾਦ ਜੀ। त्रिलोचन जी, बड़ा अच्छा लग्या कि आज तुसी बड़ा अच्छा इनिशिएटिव लिता कि चंडीगढ़ दे, ट्राई सिटी दे ते देश दे लोगों नूं पता लगे कि चंडीगढ़ दी स्थापना किस तरह हुई सी। और समर न्यूज़ अज इस मुहिम दे विच जुड़िया। मैं बहुत शुक्रिया अदा करदा तुहाडा शहर वासियों वालों ते अपने वालों ते अपने व्यापारियों वालों कि तुसी एक सोच बड़ी अच्छी लैके अज दे, और तरीक भी बड़ी अच्छी है। जैन साहब, मैं ਜਦੋਂ 1983 ਚੰਡੀਗੜ੍ਹ ਆਇਆ ਸੀ, ਪੰਜਾਬੀ ਟ੍ਰਿਬਿਊਨ 'ਚ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤੇ ਮੈਨੂੰ ਇਹ ਸ਼ਹਿਰ ਬੜਾ ਖੂਬਸੂਰਤ ਲੱਗਦਾ ਸੀ।
ਮੈਂ ਪਿੰਡਾਂ ਨੂੰ ਕਵਰ ਕਰਨ ਲੱਗ ਪਿਆ, ਫਿਰ ਮੈਨੂੰ ਹੌਲੀ ਹੌਲੀ ਪਤਾ ਲੱਗਿਆ ਵੀ 28 ਪੰਜਾਬੀ ਪਿੰਡ ਉਜਾੜ ਕੇ ਤੇ ਖੂਬਸੂਰਤ ਸ਼ਹਿਰ ਵਸਾਇਆ। ਜਦੋਂ ਮੈਂ ਉਜੜੇ ਲੋਕਾਂ ਦੀ ਦਾਸਤਾਨ ਸੁਣੀ, ਮਨ ਵੀ ਭਰ ਗਿਆ, ਅੱਖਾਂ ਵੀ ਭਰ ਗਈਆਂ। ਤੇ ਫਿਰ ਮੈਂ ਇੱਕ ਕਿਤਾਬ ਲਿਖੀ, ਚੰਡੀਗੜ੍ਹ ਉਜਾੜਿਆਂ ਦੀ ਦਾਸਤਾਨ। ਕਿਵੇਂ ਚੰਡੀਗੜ੍ਹ ਨੂੰ ਵਸਾਉਣ ਲਈ ਉਹ ਲੋਕ ਉਜਾੜੇ ਜਿਹੜੇ ਅੱਜ ਵੀ ਉਹ ਟੱਪਰੀ ਵਾਸ ਨੇ। ਕਹਿੰਦੇ ਨੇ ਚੰਡੀਗੜ੍ਹ ਪ੍ਰਸ਼ਾਸਨ ਨੇ ਉਹਨਾਂ ਦਾ ਮੁੜ ਵਸੇਬਾ ਬਹੁਤ ਘੱਟ ਕੀਤਾ। ਪਰ ਉਹ ਗੱਲ ਦੂਸਰੀ ਹੈ, ਜਿੱਥੇ ਤੁਸੀਂ ਖੜੇ ਜੇ ਜਾਂ ਤੁਹਾਡੀਆਂ ਦੁਕਾਨਾਂ ਜਾਂ ਜਿੱਥੇ ਵਪਾਰ ਚੱਲ ਰਿਹਾ, ਕਿਸੇ ਵੇਲੇ ਇਹ ਪਿੰਡ ਸੀ ਰੁੜਕੀ ਪੜਾਅ। ਸੈਕਟਰ 21, ਸੈਕਟਰ 22 ਤੇ ਸੈਕਟਰ 17 ਰੁੜਕੀ ਪੜਾਓ ਤੇ ਵਸਿਆ। ਔਰ ਕਹਿੰਦੇ ਵੀ ਇੱਥੇ ਖੂਹ ਸੀ, ਖੂਹਾਂ ਦਾ ਮਿੱਠਾ ਪਾਣੀ ਸੀ, 20 ਹੱਥਾਂ ਦੇ ਥੱਲੇ ਜਿਹੜਾ ਪਾਣੀ ਸੀ, ਹਲਟ ਚੱਲਦੇ ਸੀ, ਮੂੰਗਫਲੀ ਮੱਕੀ ਤੇ ਕਪਾਹ ਦੀ ਖੂਬ ਫਸਲ ਹੁੰਦੀ ਸੀ। ਤੇ ਕਹਿੰਦੇ ਇੱਕ ਖੂਹ ਸੀ, ਉਹ ਸੈਕਟਰ 17 ਸੀ, ਉੱਥੇ ਪਿੰਡ ਦੇ ਲੋਕਾਂ ਨੇ ਇੱਕ ਬੰਦਾ ਪੱਕਾ ਬਿਠਾਇਆ ਸੀ, ਉਹਨੂੰ ਪੈਸੇ ਦਿੰਦੇ ਸੀ ਵੀ ਤੂੰ ਰਾਹਗੀਰਾਂ ਨੂੰ ਪਾਣੀ ਪਿਲਾਉਣਾ। ਹੁਣ ਤੁਹਾਡੇ ਤੇ ਆਉਂਦੇ ਜਨ ਸਾਹਿਬ, ਤੁਹਾਡੀਆਂ ਇਹ ਸੈਕਟਰ 22 ਨਾਲ ਯਾਦਾਂ ਜੁੜੀਆਂ ਨੇ। ਅੱਜ ਦੱਸੋ ਦੁਨੀਆ ਨੂੰ। 2023 ਦੀ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਦੇਣਾ ਕਿ ਸਮਰ ਨਿਊਜ਼ ਦੀ ਰਾਹੀਂ ਅੱਜ ਇਹ ਪ੍ਰੋਗਰਾਮ ਚੰਡੀਗੜ੍ਹ ਦੇ ਉੱਪਰ ਔਰ ਸਪੈਸ਼ਲੀ ਚੰਡੀਗੜ੍ਹ ਕਿਸ ਤਰ੍ਹਾਂ ਵਸਿਆ, ਇਹਦੀ ਹਿਸਟਰੀ ਚੰਡੀਗੜ੍ਹ ਪ੍ਰਸ਼ਾਸਨ ਦੇ ਵੀ ਅੱਜ ਦੇ ਕਿਸੇ ਵੀ ਅਫਸਰਾਂ ਦੇ ਕੋਲ ਨਹੀਂ ਹੈ ਜੀ। ਕਿਉਂਕਿ ਦੱਸ ਹੋ ਹੀ ਸਕਦਾ ਜਿਹਦੀ ਜਿਹੜਾ ਸਭ ਤੋਂ ਪੁਰਾਣਾ ਹੈ ਸ਼ਹਿਰ ਦੇ ਵਿੱਚ, ਜਿਹਨੇ ਸਭ ਕੁਝ ਦੇਖਿਆ ਹੋਵੇ। ਜਦੋਂ ਕਹਿੰਦੇ ਚੰਡੀਗੜ੍ਹ ਪ੍ਰਸ਼ਾਸਨ ਜਾਂ ਕਾਰਪੋਰੇਸ਼ਨ ਨਵਾਂ ਪ੍ਰੋਜੈਕਟ ਬਣਾਉਂਦੀ ਹੈ ਤੇ ਫਿਰ ਉਹ ਕਹਿੰਦੀ ਵੀ ਤਰਲੋਚਨ ਸਿੰਘ ਦੀ ਕਿਤਾਬ ਲਾਓ ਦੇਖਣਾ ਵੀ ਪਿੰਡ ਕਦੋਂ ਸੀ ਤੇ ਕਿਵੇਂ ਸੀ। ਬਿਲਕੁਲ ਠੀਕ ਕਹਿੰਦੇ। ਤੁਸੀਂ ਇਹ ਦੱਸਿਆ, ਮੈਂ ਤੁਹਾਨੂੰ ਦੱਸਾਂ ਆਈਏ ਮੁੱਦੇ ਤੇ, ਤੁਸੀਂ ਇਹ ਦੱਸਿਆ ਹੈ ਵੀ ਚੰਡੀਗੜ੍ਹ ਦਾ ਮੁੱਢ ਇਹ ਵੀ ਹਾਂਜੀ ਮੈਂ ਤੁਹਾਨੂੰ ਹੁਣ ਚੰਡੀਗੜ੍ਹ ਦੇ ਬਾਰੇ ਸਾਰਾ ਦੱਸਦਾ ਕਿ ਚੰਡੀਗੜ੍ਹ ਕਿਸ ਤਰ੍ਹਾਂ ਵਸਿਆ ਜੀ। ਚੰਡੀਗੜ੍ਹ ਪੰਡਿਤ ਜਵਾਹਰ ਲਾਲ ਨਹਿਰੂ ਦੇ ਸੋਚ ਦੇ ਵਿੱਚ ਆਇਆ ਕਿ ਪੰਜਾਬ ਜਦੋਂ ਪਾਰਟੀਸ਼ਨ ਹੋਇਆ ਤੇ ਪਾਰਟੀਸ਼ਨ ਵੇਲੇ ਇਹ ਸੀਗਾ ਕਿ ਪੰਜਾਬ ਦੀ ਜਿਹੜੀ ਰਾਜਧਾਨੀ ਹੈ ਉਹ ਅੰਬਾਲਾ ਬਣੇਗੀ। ਤੇ ਅਸੀਂ ਸਿਆਲਕੋਟ ਬਿਲੋਂਗ ਕਰਦੇ ਹਾਂ ਤੇ ਮੇਰੇ ਦਾਦਾ ਜੀ ਪਾਰਟੀਸ਼ਨ ਤੋਂ 3 ਮਹੀਨੇ ਪਹਿਲਾਂ ਅੰਬਾਲੇ ਆ ਕੇ ਤੇ ਆਪਣੀ ਇੱਕ ਦੁਕਾਨ ਖਰੀਦ ਕੇ, ਮਕਾਨ ਖਰੀਦ ਕੇ ਤੇ ਬੈਂਕ ਦਾ ਲੋਕਰ ਖੋਲ ਕੇ, ਅਕਾਊਂਟ ਖੋਲ ਕੇ ਤੇ ਸਮਾਨ ਰੱਖ ਕੇ, ਤਾਂ ਕਿ ਪਤਾ ਲੱਗਿਆ ਕਿ ਦੇਸ਼ ਦਾ ਬਟਵਾਰਾ ਹੋਣਾ ਹੈ। ਉਸ ਵੇਲੇ ਅੰਬਿਕਾ ਸੋਨੀ ਜੀ ਦੇ ਫਾਦਰ ਮਿਸਟਰ ਨਕੁਲ ਸਨ ਡਿਪਟੀ ਕਮਿਸ਼ਨਰ ਸਿਆਲਕੋਟ ਹੁੰਦੇ ਸਨ ਤੇ ਉਹ ਮੇਰੇ ਗ੍ਰੈਂਡਫਾਦਰ ਦੇ ਕਲਾਸ ਫੈਲੋ ਸਨ। ਮੇਰੇ ਗ੍ਰੈਂਡਫਾਦਰ ਵੀ ਗ੍ਰੈਜੂਏਟ ਸਨ ਤੇ ਸਾਡੀਆਂ ਉੱਥੇ ਜਿਹੜੀ ਆਫਿਸਰ ਸ਼ਾਪ, ਸਰਕਾਰੀ ਦੁਕਾਨਾਂ, ਮਤਲਬ ਜਿੰਨੇ ਵੀ ਕੁਝ ਲੈਣਾ ਹੁੰਦਾ ਸੀ ਤੇ ਅਸੀਂ ਅੰਬਾਲੇ ਦੇ ਵਿੱਚ ਅਸੀਂ ਜਿਹੜਾ ਆ ਕੇ ਉੱਥੇ ਵਸੇ। ਤੇ ਉਸ ਤੋਂ ਬਾਅਦ ਜਿਸਲੇ ਅੰਬਾਲੇ ਆ ਕੇ ਵਸੇ ਤੇ ਉੱਥੇ ਹੋਇਆ ਕਿ ਪੰਡਿਤ ਨਹਿਰੂ ਦੀ ਸੋਚ ਹੋਇਆ ਕਿ ਪੰਜਾਬ ਦੀ ਨਵੀਂ ਕੈਪੀਟਲ ਰਾਜਧਾਨੀ ਬਣਾਈ ਜਾਏ ਤੇ ਉਹ ਕੈਪੀਟਲ ਪ੍ਰੋਜੈਕਟ ਸਿਟੀ ਚੰਡੀਗੜ੍ਹ ਇਹ ਚੁਣਿਆ ਗਿਆ। ਚੰਡੀਗੜ੍ਹ ਜਿਲੇ ਬਣਨਾ ਸ਼ੁਰੂ ਹੋਇਆ ਤੇ 1952 ਕੈਪੀਟਲ ਪ੍ਰੋਜੈਕਟ ਸਿਟੀ ਜਿਹੜਾ ਇਹ ਬਣਿਆ। ਕਿ ਤੁਸੀਂ ਦੇਖੋਗੇ ਚੰਡੀਗੜ੍ਹ ਸਾਰੇ ਕਾਨੂੰਨ 1952 ਦੇ ਲੱਗਦੇ ਨੇ ਕੈਪੀਟਲ ਪ੍ਰੋਜੈਕਟ ਸਿਟੀ ਦੇ, ਤੇ ਚੰਡੀਗੜ੍ਹ ਕੈਪੀਟਲ ਪ੍ਰੋਜੈਕਟ ਜਿਹੜਾ ਉਦੋਂ ਦਾ ਸਥਾਪਨਾ ਹੋਈ ਉਹੀ 52 ਤੋਂ। ਤੇ ਸਭ ਤੋਂ ਪਹਿਲੇ ਇਹ 10 ਬੂਥ ਹੈ ਤੇ 10 ਬੂਥ ਪਿੱਛੇ ਇਸ ਸ਼ਹਿਰ ਦੇ ਜਿਹੜੇ ਇਹ ਬਣੇ। ਸਭ ਤੋਂ ਪਹਿਲੇ ਇਹ ਕੰਸਟਰਕਸ਼ਨ ਹੋਈ 10 ਇਹ ਬੂਥ ਤੇ 10 ਪਿੱਛੇ ਅਗਲੇ ਨਾ ਤੇ 10 ਦੇ ਪਿਛਲੇ ਪਾਸੇ ਇਹਦੇ ਬਿਲਕੁਲ ਪਿੱਛੇ 10 ਬੂਥ ਬਣੇ। ਤੇ 1 ਨਵੰਬਰ 1952 ਜਿਹੜਾ ਸ਼ਹਿਰ ਹੈ ਦੇਸ਼ ਨੂੰ ਸਮਰਪਿਤ ਕੀਤਾ ਗਿਆ। ਉਸ ਦਿਨ ਗੁਰੂ ਨਾਨਕ ਦੇਵ ਜਯੰਤੀ ਸੀਗੀ, ਗੁਰਪੁਰਬ ਸੀਗਾ ਤੇ ਇਸ ਸ਼ਹਿਰ ਦਾ ਉਦਘਾਟਨ ਕੀਤਾ ਗਿਆ। ਸਾਨੂੰ ਅੰਬਾਲੇ ਤੋਂ ਲਏ ਸਨ ਤੇ ਇਹ ਜਿੱਥੇ ਅਸੀਂ ਅੱਜ ਖੜੇ ਆ ਇਹ ਵਾਲਾ ਜਿਹੜਾ ਬੂਥ, ਇਹ 20 ਬੂਥਾਂ ਦੀਆਂ ਚਾਬੀਆਂ ਮੇਰੇ ਪਿਤਾ ਜੀ ਨੂੰ ਦੇ ਦਿੱਤੀਆਂ ਗਈਆਂ ਸਨ ਕਿ ਤੁਸੀਂ ਜਿਹਦੇ ਚ ਸਮਾਨ ਰੱਖਣਾ ਹੈ ਰੱਖ ਲਓ। ਤੇ ਅਸੀਂ ਇਹ ਵਾਲਾ ਜਿਹੜਾ ਬੂਥ ਹੈ ਬਿਲਕੁਲ ਇੱਥੇ ਜਿਹੜੀ ਸਾਡੀ ਸਭ ਤੋਂ ਪਹਿਲੀ ਦੁਕਾਨ ਖੁੱਲੀ 2 ਨਵੰਬਰ 1952 ਇਤਵਾਰ ਵਾਲਾ ਦਿਹਾੜਾ ਸੀ ਜਿਸ ਦਿਨ ਸ਼ਹਿਰ ਉਸ ਦਿਨ ਸ਼ਨੀਵਾਰ ਸੀ, ਗੁਰਪੁਰਬ ਸੀ, ਗੁਰੂ ਨਾਨਕ ਦੇਵ ਜਯੰਤੀ ਸੀਗੀ ਦੱਸਿਆ ਤੁਹਾਨੂੰ। ਤੇ 2 ਨਵੰਬਰ ਸਵੇਰੇ ਇਹ ਦੁਕਾਨ ਦਾ ਮਹੂਰਤ ਕਰਾਇਆ ਗਿਆ 70 ਸਾਲ ਪਹਿਲਾਂ ਕਿ ਇਹ 2 ਨਵੰਬਰ ਹੁਣ ਗੁਜ਼ਰਿਆ ਤੇ ਅਸੀਂ ਪਲੈਟੀਨਮ ਜੁਬਲੀ ਆਪਣੀ ਮਨਾਈ ਹੈ ਤੇ ਸ਼ਹਿਰ ਦੀ ਮਨਾਈ ਹੈ। ਤੇ ਸ਼ਹਿਰ ਉਸ ਤੋਂ ਬਾਅਦ ਕੀ ਹੋਇਆ ਕਿ ਜਿਸਲੇ ਇਹ ਵਸਣਾ ਸ਼ੁਰੂ ਤੇ ਉਹ ਤਾਂ ਸਾਡੇ 2 ਨਵੰਬਰ ਨੂੰ ਤੇ 4 ਦਿਨ ਬਾਅਦ 6 ਨਵੰਬਰ ਨੂੰ ਜਿੱਥੇ ਇਹ ਕੁਮਾਰ ਆਪਟੀਸ਼ਨਸ ਹੈ
ਇਹ ਵਾਲੇ ਬੂਥ ਤੇ ਇੱਥੇ ਬਾਬਾ ਸ਼ੀਸ਼ ਮਹਿਲ ਦੇ ਨਾਮ ਦੀ ਦੁਕਾਨ ਖੁੱਲੀ, ਓਕੇ, ਜਿਹੜੀ ਦੂਸਰੀ ਦੁਕਾਨ ਖੁੱਲੀ ਸੀਗੀ। ਉਸ ਤੋਂ ਬਾਅਦ ਇਹ ਬੰਨਾ ਸ਼ੁਰੂ ਹੋਇਆ। ਅਸੀਂ ਕੁਝ ਦੇਰ ਇੱਥੇ ਦੁਕਾਨ ਰੱਖੀ, ਉਸ ਤੋਂ ਬਾਅਦ ਸਾਡੀ ਦੁਕਾਨ ਇਸ ਦੁਕਾਨ ਦੇ ਵਿੱਚ ਅਸੀਂ ਸ਼ਿਫਟ ਕਰ ਲਿੱਤੀ ਹੈ, ਕਾਰਨਰ ਵਾਲੀ 'ਚ। ਓਕੇ, ਇੱਥੇ ਅਸੀਂ ਸ਼ਿਫਟ ਕਰ ਲਿੱਤੀ ਤੇ ਜਿਸ ਲਈ ਇਹ ਵਸਣਾ ਸ਼ੁਰੂ ਹੋਇਆ ਤੇ ਪਹਿਲੇ 5 ਮਹੀਨੇ ਜਿਹੜੇ ਸੀਗੇ ਨਵੰਬਰ ਤੋਂ ਲੈ ਕੇ 31 ਮਾਰਚ ਤੱਕ ਸਾਡੀ ਇਸ ਦੁਕਾਨ ਦੀ ਜਿਹੜੀ ਸੇਲ ਸੀ 37.5 ਰੁਪਏ ਸੇਲ ਸੀ ਪਹਿਲੇ ਦਿਨ ਦੀ। ਨਾ ਟੋਟਲ 5 ਮਹੀਨੇ ਦੀ ਸੇਲ ਜਿਹੜੀ ਹੈ 5 ਮਹੀਨੇ ਦੀ ਸੇਲ 37.5 ਰੁਪਏ ਅਸੀਂ ਵਟੇ ਸੀ। ਤੇ ਅੰਬਾਲੇ ਤੋਂ ਬੱਸ ਚਲਦੀ ਸੀਗੀ ਸਵੇਰੇ ਤੇ ਪ੍ਰਤਾਪ ਉਸਲੇ ਮਿਸਟਰ ਭੀਮ ਸਿੰਘ ਸੱਚਰ ਜੀ ਚੀਫ ਮਿਨਿਸਟਰ ਹੁੰਦੇ ਸੀਗੇ, ਉਹ ਤੇ ਸਰਦਾਰ ਨਵਾਬ ਸਿੰਘ ਫਸਟ ਚੀਫ ਸੈਕਟਰੀ ਪੰਜਾਬ ਹੁੰਦੇ ਸੀਗੇ, ਮਿਸਟਰ ਨਕੁਲ ਸੈਨ ICS, ਮਿਸਟਰ AL ਫਲੈਚਰ। ਤੇ ਉਸ ਵੇਲੇ ਜਿਹੜੀ ਪੰਜਾਬ ਦੀ ਰਾਜਧਾਨੀ ਸੀ ਉਹ ਸ਼ਿਮਲਾ ਹੁੰਦੀ ਸੀ ਤੇ ਚੰਡੀਗੜ੍ਹ ਦਾ ਜਿਹੜਾ ਜ਼ਿਲ੍ਹਾ ਸਟਾਰਟ ਹੋਇਆ ਤੇ ਇਹਦਾ ਜਿਹੜਾ ਰੈਵਨਿਊ ਸਟਰਕਚਰ ਸੀਗਾ, ਟੈਕਸ ਸਟਰਕਚਰ, ਉਹ ਸਾਰਾ ਅੰਬਾਲੇ ਨਾਲ ਅਟੈਚਡ ਹੁੰਦਾ ਸੀ। ਤੇ ਜਿਸਲੇ ਇੱਥੇ ਦੋ ਸਰਕਾਰੀ ਪਿੱਛੇ ਜਿਹੜੇ ਪਹਿਲੇ 2 ਸਰਕਾਰੀ ਮਕਾਨ ਨੇ ਉਹ 2 ਸਰਕਾਰੀ ਮਕਾਨ ਬਣੇ ਤੇ ਉਦੋਂ ਕੀ ਹੁੰਦਾ ਸੀ ਕਿ ਸੜਕਾਂ ਰਸਤੇ 'ਚ ਪੂਰੇ ਬਣੇ ਨਹੀਂ ਹੋਏ ਸੀ, ਸੜਕਾਂ ਪੂਰੀ ਸੀਗੀਆਂ। ਉਹ ਜੋ ਓਲਡ ਅੰਬਾਲਾ ਰੋਡ ਹੈ ਜਿਹੜੀ ਓਲਡ ਰੋਪੜ ਰੋਡ ਦੇ ਨਾਲ ਅਟੈਚ ਹੁੰਦੀ ਸੀਗੀ ਤੇ ਉੱਥੋਂ ਦੀ ਬੱਸਾਂ ਦੇ ਰਸਤੇ ਚੋ ਹੁੰਦੇ ਸੀਗੇ ਕਿਉਂਕਿ ਪੁਲ ਨਹੀਂ ਹੁੰਦੇ ਸੀ। ਤੇ ਜਦੋਂ ਬਾਰਿਸ਼ਾਂ ਦੇ ਦਿਨ ਹੁੰਦੇ ਸੀਗੇ, ਜਦੋਂ ਬਾਰਿਸ਼ਾਂ ਸੀਗੀਆਂ ਤੇ ਉਹ ਚੋ ਚੜ ਜਾਂਦਾ ਸੀਗਾ ਤੇ ਬੱਸਾਂ ਦਾ ਆਣਾ ਜਾਣਾ ਰੁਕ ਜਾਂਦਾ ਸੀ। ਤੇ 2 ਸਰਕਾਰੀ ਮਕਾਨਾਂ 'ਚੋਂ ਇੱਕ ਸਰਕਾਰੀ ਮਕਾਨ ਵਿਦਆਊਟ ਐਨੀ ਰੈਂਟ ਉਹ ਸਾਡੇ ਪਿਤਾਈ ਨੂੰ ਸਾਨੂੰ ਅਲਾਟ ਕਰ ਦਿੱਤਾ ਗਿਆ ਸੀ ਕਿ ਰਾਤ ਨੂੰ ਰੁਕੇ ਪਏ ਤੇ ਭਲੇ ਜ਼ਮਾਨਾ ਸੀਗਾ। ਅਫਸਰ ਬੜੇ ਲਾਜਵਾਬ ਸਨ, ਸਰਕਾਰ ਬੜੀ ਵਧੀਆ ਸੀਗੀ ਆ ਕਿਉਂਕਿ ਉਹ ਸੀ ਕਿ ਸ਼ਹਿਰ ਨੂੰ ਵਸਾਣਾ ਹੈ, ਕੈਪੀਟਲ ਪ੍ਰੋਜੈਕਟ ਸਿਟੀ ਬਣਿਆ ਹੈਗਾ ਤੇ ਬਿਲਕੁਲ ਨਹੀਂ ਲੋਕਾਂ ਨੂੰ ਫੈਸਿਲਿਟੀ ਦਿੱਤੀ ਜਾਂਦੀ ਸੀਗੀ। ਔਰ ਉਸ ਵੇਲੇ ਦੇ ਅਫਸਰ ਇੱਕ ਫੈਮਿਲੀ ਐਟੀਟਿਊਡ ਦੇ ਨਾਲ ਹੁੰਦੇ ਸੀ, ਇੱਕ ਘਰੇਲੂ, ਬੜੇ ਸੋਬਰ, ਬੜੇ ਲਾਇਕ, ਬੜੇ ਠਰਾਵੇਂ, ਜਿਹੜੇ ਚਾਹੁੰਦੇ ਸੀ ਕਿ ਹਾਂ ਤਰੱਕੀ ਹੋਵੇ। ਉਹ ਲੋਕਾਂ ਦੀ ਮਿਲਵਰਤਨ ਬੜੀ ਸੀ ਤੇ ਇਹ ਇਸ ਤਰੀਕੇ ਦੇ ਨਾਲ ਹੈ ਜਿਹੜਾ ਤੇ ਤੁਹਾਨੂੰ ਇਹ ਜਿਹੜਾ ਸਾਹਮਣੇ ਪੰਜਾਬ ਨੈਸ਼ਨਲ ਬੈਂਕ ਨਜ਼ਰ ਆ ਰਿਹਾ ਹੈ, ਇਹ ਮਾਰਚ 1953 ਚ ਪੰਜਾਬ ਨੈਸ਼ਨਲ ਬੈਂਕ ਇੱਥੇ ਖੁੱਲਿਆ ਸੀ ਇਸ ਜਗ੍ਹਾ ਦੇ ਉੱਪਰ। ਉਹ ਬੈਂਕ ਪੰਜਾਬ ਨੈਸ਼ਨਲ ਬੈਂਕ ਇਸ ਜਗ੍ਹਾ ਦੇ ਉੱਪਰ ਖੁੱਲਿਆ ਸੀ। ਜਿਸ ਲਈ ਇਹ ਖੁੱਲਿਆ ਤੇ ਪੰਜਾਬ ਨੈਸ਼ਨਲ ਬੈਂਕ ਦੀ ਜਦੋਂ ਇਹ ਬ੍ਰਾਂਚ ਸਭ ਤੋਂ ਪਹਿਲੀ ਚੰਡੀਗੜ੍ਹ ਦੀ ਬ੍ਰਾਂਚ ਬੈਂਕ ਦੀ ਉਹ ਇੱਥੇ ਖੁੱਲੀ ਤੇ ਜੇ ਇੱਥੇ 5 ਬੰਦਿਆਂ ਦੀ ਡਿਊਟੀ ਲਗਾਈ ਗਈ ਤੇ ਜਿਹੜੇ ਮੈਨੇਜਰ ਦੀ ਇੱਥੇ ਡਿਊਟੀ ਜਿਹੜੇ ਆਂਦੇ ਸੀ ਤੇ ਉਹ ਜਿਹੜੇ 5-4 ਬੰਦੇ ਸੀ ਉਹ ਮੈਨੇਜਰ ਨੂੰ ਘੁਸਣ ਨਹੀਂ ਦਿੰਦੇ ਸੀ। ਉਹ ਕਿਉਂ? ਉਹ ਕਹਿੰਦੇ ਨਹੀਂ ਇਹ ਸ਼ਹਿਰ ਵਸਣਾ ਨਹੀਂ ਹੈ, ਸਾਨੂੰ ਜੰਗਲ 'ਚ ਲਿਆ ਕੇ ਖੜਾ ਕਰ ਦਿੱਤਾ। ਤੇ ਵਸਣ 2 ਮੈਨੇਜਰ ਬਦਲੇ ਤੇ 22 ਹਾਂ ਤੇ ਜਿੱਲੇ ਉਹ ਆਂਦੇ ਸੀ ਤੇ ਜਿਹੜੇ ਉਹ 4 ਬੰਦੇ ਸੀ ਨਾ ਉਹ ਜੁੱਤੀਆਂ ਦਾ ਹਾਰ ਲੈ ਕੇ ਸਵਾਗਤ ਵਾਸਤੇ ਖੜੇ ਹੁੰਦੇ ਸੀ ਮੈਨੇਜਰ ਦਾ ਤੇ ਮੈਨੇਜਰ ਨੂੰ ਦੌੜਾ ਦਿੱਤਾ। ਫਿਰ ਤੀਸਰਾ ਮੈਨੇਜਰ ਆਇਆ, ਫਿਰ ਤੀਸਰਾ ਤੇ ਪਿਤਾਈ ਨੇ ਸਾਡਿਆਂ ਨੇ ਉਹਨਾਂ ਨੂੰ ਬੰਦਿਆਂ ਨੂੰ ਸਮਝਾਇਆ ਕਿ ਸ਼ਹਿਰ ਵਸਣਾ ਹੈ ਤੇ ਇਹ ਸ਼ਹਿਰ ਨੂੰ ਵਸਣ ਦੇਣਾ ਹੈ ਤੇ ਮੈਨੇਜਰ ਤੇ ਉਦੋਂ ਉਸ ਮੈਨੇਜਰ ਨੂੰ ਤੀਸਰੇ ਮੈਨੇਜਰ ਨੂੰ 8 ਮਾਰਚ 1953 ਦੇ ਵਿੱਚ ਇੱਥੇ ਜਿਹੜਾ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਦੇ ਵਿੱਚ ਇੱਥੇ ਕੁਰਸੀ ਮਿਲੀ ਤੇ ਬੈਠਿਆ ਤੇ ਇਸ ਤਰ੍ਹਾਂ ਬ੍ਰਾਂਚ ਸਟਾਰਟ ਹੋਈ। ਉਸ ਤੋਂ ਬਾਅਦ ਇਹ ਦੁਕਾਨਾਂ ਖੁੱਲ੍ਹਣੀਆਂ ਸ਼ੁਰੂ ਹੋਈਆਂ, ਇਹ ਅੱਗੇ ਬਣਨਾ ਸ਼ੁਰੂ ਹੋਇਆ। ਇਸ ਤੋਂ ਬਾਅਦ ਇਹ ਜਿਸਲੇ ਦੁਕਾਨਾਂ ਇਹ ਬਾਅਦ 'ਚ ਬਣੀਆਂ, ਇਹ ਬਿਲਡਿੰਗਾਂ ਬਾਅਦ 'ਚ ਬਣੀਆਂ। ਹੁਣ ਤੁਹਾਨੂੰ ਚੰਡੀਗੜ੍ਹ 'ਚ 2 ਸਭ ਤੋਂ ਪਹਿਲਾਂ ਜਿਹੜੇ ਸਰਕਾਰੀ ਕੁਆਟਰ ਬਣੇ ਹੈ ਸੈਕਟਰ 22 ਵਿੱਚ ਉਹ ਦਿਖਾਉਂਦੇ ਆ। ਹੁਣ ਭਾਵੇਂ ਇਹਨਾਂ ਦੇ ਬਾਹਰ ਨੰਬਰ ਕੁਝ ਹੋਰ ਲਿਖੇ ਨੇ ਪਰ ਜੈਨ ਸਾਹਿਬ ਨੂੰ ਪੁੱਛਾਂਗੇ ਵੀ ਉਦੋਂ ਗਲੀ ਨੰਬਰ ਸੀ ਕਿੱਦਾਂ ਦੇ ਨੰਬਰ ਸੀ। ਜੈਨ ਸਾਹਿਬ ਇਹ ਦੋ ਮਕਾਨ, ਇਹ ਜਿਹੜੇ 2 ਮਕਾਨ ਹੈ ਇਸ ਏਰੀਆ ਤੋਂ ਬਾਅਦ ਮਤਲਬ ਉੱਪਰ ਬਣ ਗਏ। ਇਹ ਸਿੰਗਲ ਸਟੋਰੀ ਦੇ ਵਿੱਚ ਇਹ 2 ਸਰਕਾਰੀ ਮਕਾਨ ਬਣਾਏ ਗਏ ਸੀਗੇ ਜਿਹੜੇ ਇੱਥੇ ਬਣੇ। ਇਹਦੇ 'ਚੋਂ ਇਹ ਵਾਲਾ ਮਕਾਨ ਜਿਹੜਾ ਸੀਗਾ ਇਹ ਸਾਨੂੰ ਦੇ ਦਿੱਤਾ ਗਿਆ ਸੀਗਾ ਆਫ ਐਂਡ ਔਨ ਯੂਜ਼ ਵਾਸਤੇ ਤਾਂ ਕਿ ਯੂਜ਼ ਕਰ ਸਕੀਏ। ਜਿਹੜੇ ਕੋਈ ਬਰਸਾਤਾਂ ਦੇ ਵਿੱਚ ਉਹ ਚੜ ਜਾਂਦੇ ਸੀ ਤੇ ਰਾਤ ਰਹਿਣਾ ਪੈਂਦਾ ਸੀ ਤੇ ਪਿਤਾ ਜੀ ਸਾਡੇ ਜਿਹੜੇ ਹੈ ਫਿਰ ਇੱਥੇ ਰਹਿੰਦੇ ਸੀ। ਤੇ ਅਗਲੇ ਦਿਨ ਕੀ ਹੁੰਦਾ ਸੀ ਕਿ ਜਿਹੜੇ ਬੱਸ ਦਾ ਡਰਾਈਵਰ ਸੀਗਾ ਉਹ ਸਵੇਰੇ ਪਿਤਾ ਜੀ ਦਾ ਨਾਸ਼ਤਾ ਲੈ ਕੇ ਆਂਦਾ ਹੁੰਦਾ ਸੀ ਨਾਲ। ਤੇ ਉਹ ਲੈ ਕੇ ਆਂਦੇ ਇੱਥੇ ਲੈ ਕੇ ਆਂਦਾ ਹੁੰਦਾ ਸੀ ਤੇ ਨਾਸ਼ਤਾ ਦੇ ਕੇ ਤੇ ਸ਼ਾਮੀ ਬੱਸ ਉਸਲੇ ਚਲਦੀ ਸੀ ਇੱਥੋਂ ਕਿਉਂਕਿ ਇੱਥੋਂ ਇਹਦੇ ਬਿਲਕੁਲ ਪਿੱਛੋਂ ਦੀ ਓਲਡ ਰੋਪੜ ਰੋਡ ਨਿਕਲਦੀ ਸੀਗੀ ਜਿਹੜੀ ਕਿ ਜਿੱਥੋਂ ਦੀ ਮਤਲਬ ਨਗਲੇ ਬੱਸ ਆਂਦੀ ਸੀ ਤੇ ਫਿਰ ਬੱਸ ਇੱਥੇ ਆ ਕੇ ਉਤਾਰਦੀ ਹੁੰਦੀ ਸੀ। ਹੁਣ ਤੁਹਾਨੂੰ ਚੰਡੀਗੜ੍ਹ ਦਾ ਪਹਿਲਾ ਡਾਕਖਾਨਾ ਸੈਕਟਰ 22 'ਚ ਜਿਹੜਾ ਬਣਿਆ ਸੀ ਉਹਦੀ ਕਹਾਣੀ ਦੱਸਦੇ ਜੈਨ ਸਾਹਿਬ। ਇਹਦੀ ਕਹਾਣੀ ਇਹ ਜਿਹੜਾ ਡਾਕਖਾਨਾ ਹੈ ਵੀ ਉੱਥੇ ਬੂਥਾਂ ਦੇ ਵਿੱਚ ਹੀ ਖੁੱਲਿਆ ਸੀਗਾ ਜਿਹੜੇ ਬਸ ਹਾਂ ਉਧਰ ਬੂਥਾਂ ਦੇ ਵਿੱਚ ਹੀ ਡਾਕਖਾਨਾ ਪਹਿਲਾਂ ਸਭ ਤੋਂ ਪਹਿਲਾਂ ਖੁੱਲਿਆ ਸੀ ਚੰਡੀਗੜ੍ਹ ਦਾ ਪਹਿਲਾ ਡਾਕਖਾਨਾ। ਉਸ ਤੋਂ ਬਾਅਦ ਕਿਰਨ ਸਿਨੇਮਾ ਚੰਡੀਗੜ੍ਹ ਦਾ ਪਹਿਲਾ ਸਿਨੇਮਾ ਹਾਲ। ਔਰ ਇਹ ਜਿਹੜੀ ਤੁਸੀਂ ਸਾਹਮਣੇ ਪਾਰਕਿੰਗ ਦੇਖ ਰਹੇ ਹੋ ਨਾ, ਪਾਰਕਿੰਗ ਨਹੀਂ ਹੁੰਦੀ ਸੀ, ਇਹ ਪਾਰਕ ਹੁੰਦੇ ਸੀ।
ਇਹ ਗ੍ਰੀਨਰੀ ਇਹ ਗ੍ਰੀਨਰੀ ਸੀਗੀ, ਸਭ ਪਾਰਕ ਸੀਗੇ ਸਾਹਮਣੇ। ਇਹ ਜਦੋਂ ਸ਼ੋਰੂਮ ਹਾਂਜੀ 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 ਇੱਥੇ ਨਾ, ਕਿਉਂਕਿ ਉਦੋਂ ਇੰਨੀਆਂ ਗੱਡੀਆਂ ਤਾਂ ਸੀਗੀਆਂ ਨਹੀਂ, ਤਾਰਾਂ ਲੱਗੀਆਂ ਹੁੰਦੀਆਂ ਸੀ, ਪਾਰਕ ਹੁੰਦੇ ਸੀ ਤਾਂ ਕਿ ਜਿਹੜੇ ਵੀ ਲੋਕ ਆਉਣ ਉਹ ਇੱਥੇ ਬਹਿ ਕੇ ਦੁਕਾਨਾਂ ਦੇ ਉੱਪਰ, ਜਿਸ ਤਰ੍ਹਾਂ EMPLOYEES ਹੁੰਦੇ ਸੀ ਦੁਪਹਿਰੀ ਉਹਨਾਂ ਦੇ ਖਾਣ ਵਾਸਤੇ, ਰੋਟੀ ਖਾਣ ਵਾਸਤੇ। ਬਿਲਕੁਲ ਬਿਲਕੁਲ। ਜਿੰਨੀਆਂ ਅੱਜ ਕਾਰਾਂ ਨੇ, ਇੰਨੇ ਸਾਈਕਲ ਵੀ ਨਹੀਂ ਸੀਗੇ, ਇੰਨੇ ਲੋਕ ਵੀ ਨਹੀਂ ਸੀਗੇ ਉਸ ਵੇਲੇ ਤਾਂ। ਇਹ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਚੰਡੀਗੜ੍ਹ ਦਾ ਪਹਿਲਾ ਸਿਨੇਮਾ ਹਾਲ ਜਿਹੜਾ ਬਣਿਆ ਸੀਗਾ, ਕਿਰਨ ਸਿਨੇਮਾ। ਇਹ ਵੀ ਉਦੋਂ ਦੀਆਂ ਯਾਦਾਂ, ਇੱਥੇ ਪਿਕਚਰ ਲੱਗਦੀ ਸੀ ਔਰ ਕਿਆ ਨਜ਼ਾਰਾ ਹੁੰਦਾ ਸੀ ਪਿਕਚਰ ਦੇਖਣ ਦਾ। ਔਰ ਕਈ ਵਾਰ ਕੀ ਹੁੰਦਾ ਸੀਗਾ ਕਿ ਪਿਕਚਰ ਦੇਖਣ ਵਾਸਤੇ, ਕਿਉਂਕਿ ਇੱਕ ਵੇਲੇ ਪੂਰੀ ਦੇਖੀ ਨਹੀਂ ਜਾਂਦੀ ਸੀ, ਕਈ ਵਾਰ ਪਿਕਚਰ ਦੇਖਣ ਵਾਸਤੇ ਕਿਉਂਕਿ ਜਿਹੜੇ ਮਾਲਕ ਸਨ ਉਹ ਵੀ ਬੜੇ ਕਲੋਜ਼ ਸਨ ਸਾਡੀ ਫੈਮਿਲੀ ਦੇ, ਪਿਤਾ ਜੀ ਦੇ, ਤੇ ਘਰ ਬੱਚੇ ਜਿਹੜੇ ਮੇਰੇ ਵੱਡੇ ਭਾਈ ਸਾਹਿਬ ਵਗੈਰਾ, ਇੱਕ ਦਿਨ ਤੇ ਅੱਧੀ ਬਾਅਦ ਕਦੀ ਵਾਰੀ ਵਿੱਚ ਆ ਜਾਂਦੇ ਸੀ, ਉੱਠ ਕੇ ਚਲੇ ਜਾਂਦੇ ਸੀ। ਇਸ ਤਰੀਕੇ ਨਾਲ ਪਿਕਚਰ ਦੇਖਿਆ ਕਰਦੇ ਸੀ। ਇਦਾਂ ਵੀ ਹੁੰਦਾ ਹੋਣਾ ਵੀ ਇੱਕ ਸਮਾਂ ਸੀ, ਕਹਿੰਦੇ ਵੀ ਸਿਨੇਮੇ ਦੀਆਂ, ਫਿਲਮ ਦੀਆਂ ਟਿਕਟਾਂ ਵੀ ਬਲੈਕ ਚ ਮਿਲਦੀਆਂ ਸੀ। ਬਿਲਕੁਲ 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 ਉਹ ਵਕਤ ਬਿਲਕੁਲ ਇਹ ਵੇਲੇ ਤੇ ਕੇਂਦਰ ਬਿੰਦੂ ਹੁੰਦਾ ਹੋਣਾ ਚੰਡੀਗੜ੍ਹ ਦੇ ਲੋਕਾਂ ਦਾ। ਦੇਖੋ ਜੀ ਇਹ ਬੜਾ ਅੱਜ ਦੀ ਤਰੀਕ ਚ ਵੀ ਦੇਖੋ, ਅਗਰ ਕੋਈ ਵੀ ਬੰਦਾ ਕਿਸੇ ਬਾਹਰੋਂ ਦੀ ਆ ਰਿਹਾ, ਅਗਰ ਉਹਨੂੰ 22 ਸੈਕਟਰ ਦਾ ਕਿਧਰੇ ਪਤਾ ਦੇਖਣਾ ਕਿ ਤੂੰ ਬਾਜ਼ਾਰ 'ਚ ਆਇਆ, ਤੇ ਉਹਨੂੰ ਇਹੀ ਸਮਝਾਇਆ ਜਾਂਦਾ ਕਿਰਨ ਸਿਨੇਮਾ ਆਏਗਾ, ਰੋਮਾ ਦੀਆਂ ਲਾਈਟਾਂ ਆਣਗੀਆਂ, ਉਸ ਤੋਂ ਅੱਗੇ ਆਏਗਾ ਕਿਰਨ ਸਿਨੇਮਾ ਆਏਗਾ, ਕਿਰਨ ਸਿਨੇਮੇ ਦੇ ਨਾਲ ਲਾਈਟਾਂ ਆਣਗੀਆਂ, ਉਸ ਤੋਂ ਅੱਗੇ ਆਏਗਾ ਤੇ ਜਿਹੜਾ ਜੁਐਲਰੀ ਮਾਰਕੀਟ ਬਾਜ਼ਾਰ। 70 ਸਾਲ ਹੋ ਗਏ, ਚੰਡੀਗੜ੍ਹ ਕਿੰਨਾ ਖੂਬਸੂਰਤ ਬਣ ਗਿਆ, ਆਧੁਨਿਕ ਸਾਰੇ ਪਾਸੇ ਦਿਸ ਰਹੀ ਹੈ। ਇਹ ਵਿਚਾਰਾ ਕਿਰਨ ਕਿਵੇਂ ਖੰਡਰ ਬਣਿਆ ਪਿਆ? ਖੰਡਰ ਇਸ ਕਰਕੇ ਬਣਿਆ ਪਿਆ ਕਿਉਂਕਿ ਤੁਸੀਂ ਦੇਖੋਗੇ ਵੈਸੇ ਘਰ 'ਚ ਜਿਹੜੇ ਬੱਚਾ ਜੰਮਦਾ ਹੈ ਤੇ ਸਭ ਕੁਝ ਮਾਂ ਦੇ ਸਿਰ ਦੇ ਉੱਪਰ ਹੁੰਦਾ, ਘਰ ਮਾਂ ਦੇ ਸਿਰ ਤੇ ਚੱਲਦੇ ਆ। ਇਹ ਚੰਡੀਗੜ੍ਹ ਦਾ ਮਾਂ ਸੈਕਟਰ ਹੈ, ਮਦਰ ਸੈਕਟਰ ਹੈ, ਔਰ ਸਾਡੀ ਮਾਂ ਅਸਲ ਮਾਂ ਹੈ ਵੈ। ਓਕੇ। ਔਰ ਬਾਅਦ ਚ ਬਣਿਆ, ਬਾਅਦ ਸਭ ਕੁਝ ਦੇਖੋ, ਜਿਹੜਾ ਸੈਕਟਰ 17 ਹੈ ਉਹ ਬਾਅਦ ਚ ਬਣਿਆ। ਸਭ ਤੋਂ ਜ਼ਿਆਦਾ ਰੈਵਨਿਊ ਇਸ ਸੈਕਟਰ ਨੇ ਦੇ ਰਿਹਾ ਹੈ, ਸਭ ਤੋਂ ਜ਼ਿਆਦਾ ਪਛਾਣ ਇਸ ਸੈਕਟਰ ਦੀ ਹੈ। ਕੋਈ ਵੀ ਤਿਉਹਾਰ ਹੁੰਦਾ ਹੈ ਇਸ ਸੈਕਟਰ ਦੀ ਰੌਣਕ ਹੁੰਦੀ ਹੈ। ਜਿਹੜੀ ਚੰਡੀਗੜ੍ਹ ਕਾਰਪੋਰੇਸ਼ਨ ਹੈ, ਪ੍ਰਸ਼ਾਸਨ ਹੈ, ਉਹ ਪੈਸੇ ਜਿਹੜੇ ਲੈਂਦਾ ਹੈ ਕਿਸੇ ਸਟਾਲਸ ਵਗੈਰਾ ਦੇ, ਸਭ ਤੋਂ ਜ਼ਿਆਦਾ ਰੇਟ 22 ਸੈਕਟਰ ਦਾ ਹੁੰਦਾ ਹੈ। ਜਿੰਨੇ ਵੀ ਮਤਲਬ ਜਿੰਨੇ ਵੀ ਨਗਰ ਕੀਰਤਨ ਨਿਕਲਦੇ ਆ, ਕੋਈ ਹੋਰ ਕਿਸੇ ਤਰ੍ਹਾਂ ਦਾ ਰਿਲੀਜੀਅਸ ਜਾਂ ਪੋਲੀਟੀਕਲ ਚੀਜ਼ਾਂ, ਜਲੂਸ ਜਿਹਨੂੰ ਕਹਿੰਦੇ ਨੇ, ਪ੍ਰੋਸੈਸ਼ਨ ਨਿਕਲਦੇ ਨੇ, ਉਹ ਕੇਂਦਰ ਬਿੰਦੂ 22 ਸੈਕਟਰ ਹੁੰਦਾ ਹੈ। ਜਿੰਨੀ ਦੇਰ ਦਾ 22 ਸੈਕਟਰ ਦੇ ਵਿੱਚੋਂ ਮਾਰਕੀਟ 'ਚ, ਔਰ ਉਹਦੇ ਨਾਲ ਅੱਜ ਦੀ ਤਰੀਕ ਦੇ ਵਿੱਚ ਉਹ ਬੜੀ ਵੱਡੀ ਸਮੱਸਿਆ ਬਣੀ ਬੈਠੀ ਹੈ ਸਾਡੇ ਲੋਕਾਂ ਲਈ। ਸਮਝੋ 30 ਸਾਲ ਦੇ ਵਿੱਚ 30 ਦਿਨ ਤੇ ਇਹੋ ਜਿਹੇ ਪ੍ਰੋਸੈਸ਼ਨ ਨਿਕਲਦੇ ਨੇ ਜਿਨ੍ਹਾਂ ਨਾਲ ਸਾਡੇ ਵਪਾਰ ਹਰਜ ਹੁੰਦਾ ਹੈ। ਹੁਣ ਤੁਹਾਨੂੰ ਚੰਡੀਗੜ੍ਹ ਦੇ ਪਹਿਲੇ ਗੁਰਦੁਆਰਾ ਸਾਹਿਬ ਦੇ ਦਿਦਾਰੇ ਕਰਾਉਂਦੇ ਆ। ਜਿਵੇਂ ਅਰਵਿੰਦ ਜੈਨ ਹੋਣਾ ਨੇ ਦੱਸਿਆ ਵੀ ਗੁਰਦੁਆਰਾ ਸਾਹਿਬ ਸੈਕਟਰ 22 ਦੀ ਚੰਡੀਗੜ੍ਹ, ਇਹ ਚੰਡੀਗੜ੍ਹ ਦਾ ਪਹਿਲਾ ਗੁਰਦੁਆਰਾ ਸਾਹਿਬ। ਇਹ ਸਭ ਤੋਂ ਪਹਿਲਾ ਗੁਰਦੁਆਰਾ ਹੈ ਤਰਲੋਚਨ ਜੀ ਸ਼ਹਿਰ ਦਾ। ਪਿੱਛੇ ਛੋਟਾ ਜਿਹਾ ਕਮਰਾ ਹੁੰਦਾ ਸੀਗਾ ਜਿਹਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਸੀਗਾ। ਓਕੇ। ਤੇ ਇੱਥੇ ਹੀ ਮਤਲਬ ਉਸ ਤੋਂ ਬਾਅਦ ਅੱਗੇ ਵਧਦਾ ਗਿਆ। ਔਰ ਤੁਹਾਨੂੰ ਮਸ਼ਹੂਰ ਗੱਲ ਹੈ, ਮਸ਼ਹੂਰ ਰਾਗੀ ਹੋਏ ਨੇ ਦਰਸ਼ਨ ਸਿੰਘ ਰਾਗੀ, ਉਹ ਇੱਥੋਂ ਹੀ ਸ਼ੁਰੂਆਤ ਹੋਈ ਹੈ ਉਹਨਾਂ ਦੀ। ਤੇ ਇਹ ਮਤਲਬ ਇਹ ਚੰਡੀਗੜ੍ਹ ਦੀ ਸਮਝੋ ਸਭ ਤੋਂ ਪਹਿਲੇ ਇੱਕ ਰਿਲੀਜੀਅਸ ਪਲੇਸ ਜਿਹੜੀ ਹੈ ਉਹ ਇਹ 22 ਸੈਕਟਰ ਦਾ ਗੁਰਦੁਆਰਾ ਹੈ। ਜਿੰਨੇ ਵੀ ਨਗਰ ਕੀਰਤਨ ਨਿਕਲਦੇ ਰਹੇ ਉਹਨਾਂ ਦਾ ਸਮਾਪਨ ਜਿਹੜਾ ਹੁੰਦਾ ਸੀ ਉਹ 22 ਸੈਕਟਰ ਗੁਰਦੁਆਰੇ ਦੇ ਵਿੱਚ ਹੀ ਆ ਕੇ ਹੁੰਦਾ ਸੀ। ਅਸੀਂ ਹੁਣ ਜਿੱਥੋਂ ਅਸੀਂ ਲੰਘ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਪਿੱਛੋਂ, ਇਹ ਚੰਡੀਗੜ੍ਹ ਦਾ ਪਹਿਲਾ ਧੋਬੀ ਘਾਟ ਹੈ। ਅੱਛਾ ਜੀ। ਜਿੱਥੇ ਕਿ ਕੱਪੜੇ ਧੋਏ ਜਾਂਦੇ ਸੀ, ਕਿਉਂਕਿ ਉਸ ਵੇਲੇ ਇੰਨਾ ਸੋਰਸ ਨਹੀਂ ਸੀਗਾ ਜਿਹੜਾ, ਤੇ ਇਹ ਇੱਕ ਜਗ੍ਹਾ ਬਣੀ ਜਿੱਥੇ ਲੋਕਾਂ ਦੇ ਕੱਪੜੇ ਧੋਤੇ ਜਾਂਦੇ ਸੀਗੇ, ਪ੍ਰੈਸ ਕੀਤੇ ਜਾਂਦੇ ਸੀਗੇ। ਤੇ ਇਹ ਵੀ ਇੱਕ ਯਾਦਾਸ਼ ਹੈ ਔਰ ਅੱਜ ਤੱਕ ਇਹ ਚੱਲ ਰਿਹਾ। ਤੁਸੀਂ 22D ਦੇ ਹੇਠਲੇ ਪਾਸੇ ਬੂਥ ਦੇਖੇ ਹੋਣਗੇ, ਇੱਥੇ ਸਪੋਰਟਸ ਦੀਆਂ ਵੀ ਕਾਫੀ ਦੁਕਾਨਾਂ ਨੇ, ਹੋਰ ਵੀ ਕਾਫੀ ਸ਼ਾਪ ਨੇ। ਇਹਦੀ ਇੱਕ ਬੜੀ ਖੂਬਸੂਰਤ ਯਾਦ ਅਰਵਿੰਦ ਜੈਨ ਹੋਣੀ ਦੱਸ ਰਹੇ ਨੇ, ਕਹਿੰਦੇ ਕਿਸੇ ਵੇਲੇ ਇਹ ਗਰਾਜ ਹੁੰਦੇ ਸੀ ਬੂਥ। ਉਹ ਕਿਵੇਂ ਜੀ? ਇਸ ਤਰ੍ਹਾਂ ਕੀ ਹੈ, ਜਦੋਂ ਸ਼ੋਰੂਮ ਬਣੇ 1954 ਦੇ ਵਿੱਚ ਜੀ, ਤੇ ਜਿਹੜੀ ਅਗਰ ਕੋਈ ਕਿਸੇ ਕੋਲ ਜਿਹੜੇ ਕਾਰਾਂ ਸੀਗੀਆਂ ਕੁਝ ਗਿਣਤੀ ਦੀਆਂ, ਤੇ ਇਹ ਗੈਰੇਜ ਅਲਾਟ ਕੀਤੇ ਗਏ ਸੀ। ਇਹ ਗੈਰੇਜ ਬਣਾਏ ਦੇ ਸਨ। ਅੱਛਾ। ਤੇ ਇਹ ਗੈਰੇਜ ਅਲਾਟ ਕੀਤੇ ਗਏ ਤਾਂ ਕਿ ਆਪਣੀ ਕਾਰ ਜਿਹੜੀ ਹੈ ਤੁਸੀਂ ਉਹਦੇ ਅੰਦਰ ਰੱਖ ਸਕੋ। ਤੇ ਇਹ ਗੈਰੇਜ ਰਹੇ। ਫਿਰ ਜਿਸਲੇ ਬਿਲਡਿੰਗਾਂ ਘਰ ਬਣ ਗਏ ਤੇ ਉਸ ਤੋਂ ਬਾਅਦ ਕਾਫੀ ਦੇਰ ਤੱਕ ਇਹ ਗੈਰੇਜ ਰਹੇ, ਬਟ ਉਸ ਤੋਂ ਬਾਅਦ ਫਿਰ ਇਹ ਜਰਨਲ ਟ੍ਰੇਡ ਦੇ ਵਿੱਚ ਤਬਦੀਲ ਕਰ ਦਿੱਤੇ ਗਏ। ਇਹ ਵੀ ਇੱਕ ਬੜੀ ਸ਼ਾਨਦਾਰ, ਕਿਉਂਕਿ ਦੇਖੋ ਸਾਡੇ ਕੋਲ ਡਾਕਟਰ ਯੁਧਿਸ਼ਟਰ ਗੁਪਤਾ ਹੁੰਦੇ ਸੀ। ਅੱਛਾ ਜੀ।
ਡਾਕਟਰ ਹੁੰਦੇ ਸੀ ਚੰਡੀਗੜ੍ਹ ਦੇ ਪਹਿਲੇ ਪ੍ਰਾਈਵੇਟ ਪ੍ਰੈਕਟੀਸ਼ਨਰਾਂ ਵਿੱਚੋਂ ਡਾਕਟਰ ਯੁਧਿਸ਼ਟਰ ਗੁਪਤਾ ਤੇ ਡਾਕਟਰ ਜਗਦੀਸ਼ ਚੰਦਰ। ਤੇ ਡਾਕਟਰ ਯੁਧਿਸ਼ਟਰ ਗੁਪਤਾ ਕੋਲ ਕਾਰ ਹੁੰਦੀ ਸੀ ਤੇ ਉੱਪਰ ਹੀ ਰਹਿੰਦੇ ਸੀ ਤੇ ਉਹਨਾਂ ਦੀ ਗੱਡੀ ਇੱਥੇ ਪਾਰ ਕਰਦੇ ਹੁੰਦੇ ਸੀਗੇ ਉਹ। ਤੇ ਇਹ ਵੀ ਪੁਰਾਣੀਆਂ ਯਾਦਾਂ ਹੈਗੀਆਂ ਸਾਡੇ ਨਾਲ ਜੁੜੀਆਂ ਹੋਈਆਂ। ਖੂਬਸੂਰਤ ਯਾਦ ਹੈ। ਹੁਣ ਸੈਕਟਰ 22D ਦੇ ਉਹ ਸ਼ੋਰੂਮ ਜਿਹੜੇ ਸਾਰੇ ਚੰਡੀਗੜ੍ਹੀਆਂ ਔਰ ਖਾਸ ਕਰਕੇ ਪੰਜਾਬ ਦੇ ਵੱਡੇ ਪੱਧਰ ਤੇ ਹਰਿਆਣੇ ਦੇ ਲੋਕ ਜਿਹੜੇ ਨੇ ਇਹਨਾਂ ਸ਼ੋਰੂਮਾਂ 'ਚ ਜ਼ਰੂਰ ਆਉਂਦੇ ਨੇ ਖਰੀਦੋ ਫਰੋਖਤ ਕਰਨ ਲਈ। ਉਹਦੇ ਬਾਰੇ ਗੱਲ ਕਰਾਂਗੇ। ਜੈਨ ਸਾਹਿਬ ਸਾਡੇ ਨਾਲ ਹੀ ਨੇ। ਇੱਕ ਤੁਹਾਨੂੰ ਇਹ ਦਿਖਾ ਦਈਏ ਪਹਿਲੋਂ, ਇਹ ਆਪਣੇ ਆਪ 'ਚ ਇੱਕ ਵਿਰਾਸਤ ਹੈ। ਇਹਨੂੰ ਗਟਰ ਦਾ ਢੱਕਣ ਕਹਿ ਲਓ ਜਾਂ ਚੰਡੀਗੜ੍ਹ ਦੀ ਵਿਰਾਸਤ ਕਹਿ ਲਓ। ਇਹ ਵੀ ਕੁਛ ਕਹਿੰਦੇ ਬਹੁਤ ਸਿਆਣੇ ਅਫਸਰ ਸੀ ਚੰਡੀਗੜ੍ਹ ਦੇ ਮੁੱਢਲੇ, ਉਹਨਾਂ ਨੇ ਇਸ ਢੰਗ ਨਾਲ ਇਹ ਢੱਕਣ ਘੜਿਆ ਵੀ ਚੰਡੀਗੜ੍ਹ ਦੀ ਸਾਰੀ ਵਿਰਾਸਤ ਤੇ ਸੈਕਟਰ ਜਿਹੜੇ ਨੇ ਉਹ ਇੱਥੋਂ ਦੇਖੇ ਜਾ ਸਕਦੇ ਨੇ। ਜੈਨ ਸਾਹਿਬ ਵਿਰਾਸਤ ਬਹੁਤ, ਤੁਸੀਂ ਬੜਾ ਕੁਝ ਦੱਸਿਆ। ਇਹ ਸ਼ੋਰੂਮ ਕਦੋਂ ਮੈਂ ਜਿਸ ਤਰ੍ਹਾਂ ਲੋਚਨ ਤੁਹਾਨੂੰ ਦੱਸਿਆ, ਜਿਸ ਨਾਲ ਚੰਡੀਗੜ੍ਹ ਉਧਰੋਂ ਦੀ ਬਣਿਆ ਜੀ, ਤੇ ਉਸ ਤੋਂ ਬਾਅਦ 1954 ਦੇ ਵਿੱਚ ਇਹ ਜਿਹੜਾ ਮੇਰਾ ਸ਼ੋਰੂਮ ਹੈ 12 ਨੰਬਰ, ਇਹ ਦੇਖੋ ਇਹ 7 ਨੰਬਰ, ਪਹਿਲੇ 6 ਉਧਰ 1 ਨੰਬਰ ਤੋਂ ਸ਼ੁਰੂ ਹੁੰਦਾ ਹੈ। 1 2 3 4 5 6 ਜਿਹੜੇ ਉਹ ਸਾਹਮਣੇ ਸ਼ੋਰੂਮ ਨੇ ਵੱਡੇ ਵਾਲੇ, ਉਹ ਵੱਡੇ ਵਾਲੇ। ਤੇ ਉਸ ਤੋਂ ਬਾਅਦ ਹੈ ਉਹ ਬਾਅਦ ਚ ਬਣੇ ਜੀ, ਇਹ ਪਹਿਲੇ ਸ਼ੋਰੂਮ ਬਣੇ ਇੱਧਰ। ਤੇ ਇਹ 7-8 ਤੋਂ ਤੇ ਸਭ ਤੋਂ ਪਹਿਲਾ ਸ਼ੋਰੂਮ ਇਸ 1954 ਚ ਕਲੌਥ ਪੈਲੇਸ ਜਿਹੜਾ SCF 12 ਇਹ ਬਣਿਆ ਤੇ ਅਸੀਂ ਉੱਥੋਂ ਦੀ ਇੱਥੇ ਸ਼ਿਫਟ ਕੀਤੇ। ਉਸ ਤੋਂ ਬਾਅਦ ਫਿਰ ਇੱਧਰ ਸ਼ੋਰੂਮ ਬਣਨੇ ਸ਼ੁਰੂ ਹੋਏ ਤੇ ਹੌਲੀ ਹੌਲੀ ਲੋਕ ਇੱਥੇ ਆਣੇ ਸ਼ੁਰੂ ਹੋਏ। ਤੇ ਉਸ ਤੋਂ ਬਾਅਦ ਬਾਬਾ ਸ਼ੀਸ਼ ਮਹਿਲ ਇੱਥੇ ਸ਼ਿਫਟ ਹੋਇਆ। ਉਸ ਤੋਂ ਬਾਅਦ ਸਭ ਤੋਂ ਪਹਿਲੇ ਇੱਥੇ ਚੰਡੀਗੜ੍ਹ ਦੇ ਪ੍ਰਾਈਵੇਟ ਪ੍ਰੈਕਟੀਸ਼ਨਰ ਸੀਗੇ ਡਾਕਟਰ ਯੁਧਿਸ਼ਟਰ ਗੁਪਤਾ, ਬੜੇ ਮਸ਼ਹੂਰ, ਉਹ ਇੱਥੇ ਸੀਗੇ। ਹੈਲਥ ਸੈਂਟਰ ਉਸ ਤੋਂ ਬਾਅਦ ਬਣਿਆ। ਉਸ ਤੋਂ ਬਾਅਦ ਸ਼ਹਿਰ ਦੀ ਡਿਵੈਲਪਮੈਂਟ ਹੋਈ। ਤਲਵਾਰ ਜੁਲਸ ਇਹਨਾਂ ਦੀ ਵੀ ਕਿ ਇਹਨਾਂ ਦੇ ਵੱਡੇ ਜਿਹੜੇ ਨੇ ਬੜਾ ਨਾਂ ਜੀ। ਹਾਂਜੀ, ਇਹ ਹੁਸ਼ਿਆਰਪੁਰ ਦੇ ਅੱਗੇ ਪਿੰਡ 'ਚ ਰਹਿਣ ਵਾਲੇ ਨੇ। ਇਹ ਇੱਥੇ ਦੁਕਾਨਾਂ ਵੇਖਣ ਵਾਸਤੇ ਆਏ, ਸ਼ਹਿਰ ਦੇ ਵਿੱਚ ਦੁਕਾਨ ਲੈਣੀ ਹੈ ਤੇ ਦੁਕਾਨ ਜਿਹੜੇ ਦੇਖੀ ਤੇ ਇਹ ਵਾਲੀ ਦੁਕਾਨ ਦਿਖਾਈਆਂ ਇਹਨਾਂ ਨੂੰ ਤੇ ਇਹਨਾਂ ਦਾ ਮਨ ਨਹੀਂ ਬਣਿਆ ਤੇ ਇਹ ਵਿਚਾਰ ਛੱਡ ਕੇ ਤੇ ਵਾਪਸ ਹੁਸ਼ਿਆਰਪੁਰ ਜਾਣ ਵਾਸਤੇ ਤੇ ਨਿਕਲ ਗਏ। ਤੇ ਉਹ ਹੋਇਆ ਕਿ ਸ਼ਾਮੀ ਬੱਸ ਨਹੀਂ ਆਈ। ਜਿਹੜੀ ਬੱਸ ਜਾਣਾ ਸੀ ਬੱਸ ਨਹੀਂ ਆਈ ਤੇ ਵਾਪਸ ਆ ਗਏ। ਤੇ ਵਾਪਸ ਸਾਡੀ ਦੁਕਾਨ ਤੇ ਆ ਗਏ ਤੇ ਪਿਤਾ ਜੀ ਕੋਲ ਕਿ ਜੈਨ ਸਾਹਿਬ ਬੱਸ ਨਹੀਂ ਆਈ। ਤੇ ਰਾਤ ਸਾਡੇ ਪਿਤਾ ਜੀ ਕੋਲ ਉੱਪਰ ਰਹੇ ਤੇ ਰੋਟੀ ਇੱਥੇ ਹੀ ਖਾਧੀ ਰਾਤ ਇੱਥੇ। ਹਾਂਜੀ, ਉੱਪਰ SCF ਸ਼ਾਪ ਕਮ ਫਲੈਟ ਦੇ ਨਾਮ ਤੋਂ ਇਹ ਬਣੇ ਕਿਉਂਕਿ ਉਦੋਂ ਚੰਡੀਗੜ੍ਹ ਦੇ ਵਿੱਚ ਹਾਊਸਿੰਗ ਨਹੀਂ ਸੀ। ਮਜ਼ੇਦਾਰ ਤੁਹਾਨੂੰ ਚੀਜ਼ ਦੱਸਾਂ, ਚੰਡੀਗੜ੍ਹ ਇੱਕ ਪਲਾਨਡ ਸਿਟੀ ਲਾ ਕਬੂਜ਼ੀਅਰ ਨੇ ਜਿਹੜੀ ਬਣਾਈ ਉਹਦੇ ਵਿੱਚ ਕੀ ਕਮਰਸ਼ੀਅਲ, ਇੰਡਸਟਰੀਅਲ, ਰੈਜ਼ੀਡੈਂਸ਼ੀਅਲ, ਬੂਥਸ, ਸੈਮੀ ਇੰਡਸਟਰੀਅਲ, ਬੇ ਬੂਥਸ, ਸਿਰਫ ਇਹ 8 ਤਰ੍ਹਾਂ ਦੀ ਕੈਟਾਗਰੀ ਬਣਾਈ ਗਈ। 6 ਕਮਰਸ਼ੀਅਲ ਦੇ ਵਿੱਚ ਸੀਗੀ, ਕਮਰਸ਼ੀਅਲ ਦੇ ਵਿੱਚ ਸੀਗੀ ਇੰਡਸਟਰੀਅਲ, ਸੈਮੀ ਇੰਡਸਟਰੀਅਲ, ਸ਼ਾਪ ਕਮ ਮਤਲਬ ਜਿਹੜੀ ਹੈ ਸ਼ਾਪ ਕਮ ਫਲੈਟ, ਸ਼ਾਪ ਕਮ ਆਫਿਸ, ਬੂਥ ਤੇ ਬੇ ਬੂਥ। ਇਹਦੇ ਇਲਾਵਾ ਹੋਰ ਕਿਸੇ ਕਿਸਮ ਦੀ ਵੀ ਕੋਈ ਕੈਟਾਗਰੀ ਇੱਥੇ ਡਿਫਾਈਨਡ ਨਹੀਂ ਸੀਗੀ। ਆਪਾਂ ਇਹ ਗੱਲ ਤਲਵਾਰ ਜਿਲੋ ਤੇ ਤਲਵਾਰ, ਹਾਂ, ਤੇ ਰਾਤ ਨੂੰ ਇਹ ਬੱਸ ਮਿਸ ਨਾ ਹੁੰਦੀ ਤੇ ਇਹ ਦੁਕਾਨ ਅੱਜ ਨਾ ਹੁੰਦੀ। ਪੱਕੀ ਗੱਲ। ਇਹ ਚਲੇ ਗਏ ਤੇ ਰਾਤ ਪਿਤਾ ਜੀ ਦੇ ਨਾਲ ਸਾਡੇ ਬੜੀ ਪਿਤਾ ਜੀ ਨੇ ਇਹਨਾਂ ਨੂੰ ਬੜਾ ਸਮਝਾਇਆ ਕਿ ਆਣਾ ਤੇ ਤੁਸੀਂ ਦੇਖੋ ਕਿ ਅਗਲੇ ਦਿਨ ਫਿਰ ਰਾਤ ਮਨ ਬਣਿਆ ਤੇ ਸਵੇਰੇ ਇਹ ਵਾਲੀ ਦੁਕਾਨ ਜਿਹੜੀ ਇੱਧਰ ਵਾਲੀ, ਇਹ ਵਾਲੀ ਦੁਕਾਨ, ਇਹ ਵਾਲੀ, ਇਹ ਨਹੀਂ, ਇਹ ਵਾਲੀ 10 ਨੰਬਰ, ਇਹ ਵਾਲੀ ਜਿਹੜੀ ਦੁਕਾਨ ਹੈ 10 ਨੰਬਰ 250 ਰੁਪਏ ਮਹੀਨੇ, 240 ਰੁਪਏ ਮਹੀਨੇ ਤੋਂ ਕਿਰਾਏ ਦੇ ਉੱਪਰ ਇਹ ਲਿੱਤੀ। ਇਸ ਤਰ੍ਹਾਂ ਤਲਵਾਰ ਜੂਲਸ ਉਸ ਵੇਲੇ ਇੱਥੇ ਆਏ ਤੇ ਆਪਣੇ ਸਾਡੇ ਪਿਤਾ ਜੀ ਨੂੰ ਵੱਡੇ ਭਰਾ। ਉਸ ਤੋਂ ਬਾਅਦ ਇਹ ਦੁਕਾਨਾਂ ਇੱਥੇ ਸੀ। ਕੈਪੀਟਲ ਬੁੱਕ ਡਿਪੂ ਹੁੰਦਾ ਸੀਗਾ ਜਿਹੜੀ 17 ਸੈਕਟਰ ਚਲੀ, ਕੈਪੀਟਲ ਬੁੱਕ ਡਿਪੂ ਹੁੰਦਾ ਸੀਗਾ। ਅਖੀਰ ਦੇ ਵਿੱਚ ਜੈਨ ਜੂਲਰਸ ਹੁੰਦਾ ਸੀਗਾ। ਸੋ ਇਸ ਤਰੀਕੇ ਨਾਲ ਇੱਥੇ ਰੈਸਟੋਰੈਂਟ ਹੁੰਦੇ ਸੀਗੇ। ਅਖੀਰ ਦੇ ਵਿੱਚ ਗਰਧਾਰੀ ਲਾਲ ਹਲਵਾਈ ਜਿਹੜਾ ਮਸ਼ਹੂਰ ਹਲਵਾਈ ਹੁੰਦਾ ਸੀ, ਗਰਧਾਰੀ ਲਾਲ ਹਲਵਾਈ, ਦੇਸੀ ਘਿਓ ਦਾ ਹਲਵਾਈ ਹੁੰਦਾ ਸੀ। ਇਹ ਜੋ ਦੁਕਾਨ ਖੋਲੀ ਤੇ ਤੁਹਾਨੂੰ ਇਸ ਦੁਕਾਨ ਦੇ ਉੱਪਰ ਕੀ ਸੀ ਕਿ ਸ਼ਹਿਰ ਦਾ ਸਭ ਜਿੰਨਾ ਵੀ ਆਫੀਸ਼ੀਅਲ ਸੀ, ਚਾਹੇ ਜੁਡੀਸ਼ਰੀ, ਚਾਹੇ ਪੋਲੀਟੀਕਲ, ਚਾਹੇ ਕੋਈ ਵੀ, ਉਹਦਾ ਜਿਹੜਾ ਆਣਾ ਇੱਥੇ ਇੱਕ ਬਣਿਆ ਹੀ ਹੋਇਆ ਸੀ। ਜਿਹੜਾ ਵੀ ਕੋਈ ਘਰ ਦੇ ਵਿੱਚ ਨਹੀਂ ਮਿਲਦਾ ਸੀਗਾ, ਘਰ ਨਹੀਂ ਹੁੰਦਾ ਜੋ ਕਹਿੰਦਾ ਜੈਨ ਸਾਹਿਬ ਕੋਲ ਹੋਣਾ 22 ਸੈਕਟਰ ਮੀਟਿੰਗ ਪੁਆਇੰਟ ਹੁੰਦਾ ਸੀ। ਜਿਹੜਾ ਕੋਈ ਘਰੋਂ ਚਲੇ ਜਾਂਦਾ ਸੀਗਾ ਤੇ ਅੰਦਰ ਖੁੰਟੀ ਲੱਗੀ ਹੁੰਦੀ ਸੀਗੀ ਸਾਡੇ। ਅੱਛਾ ਜੀ। ਜਿਹੜਾ ਕੋਈ ਘਰੋਂ ਚਲੇ ਜਾਂਦਾ ਸੀ ਉਹਦੇ ਘਰ ਦੀਆਂ ਚਾਬੀਆਂ ਜਿਹੜੀਆਂ ਇੱਥੇ ਦੇ ਜਾਂਦਾ ਸੀ। 15 ਅਗਸਤ 1962 ਦਾ ਐਟ ਹੋਮ ਸੀ। 1962 ਦੇ ਅਸੀਂ ਆ ਜੰਨੇ ਹੁਣ ਤੇ 1962 ਚ ਆਏ ਤੇ ਐਟ ਹੋਮ ਸੀਗਾ ਤੇ ਉੱਥੇ ਸਰਦਾਰ ਪ੍ਰਤਾਪ ਸਿੰਘ ਕੈਰੋ ਅੰਕਲ ਨੇ ਮੇਰੇ ਪਿਤਾ ਜੀ ਨੂੰ ਕਿਹਾ ਜੈਨ 17 ਸੈਕਟਰ ਬਣਾ ਕੇ ਰੱਖਿਓ ਕਿਉਂਕਿ 1956 17 ਸੈਕਟਰ ਬਣ ਕੇ ਤਿਆਰ ਹੋ ਗਿਆ ਸੀ। ਉਹਦਾ ਕਿਰਾਇਆ ਰੱਖਿਆ ਗਿਆ ਸੀ 3000 ਰੁਪਈਆ ਸ਼ੋਰੂਮ ਦਾ, ਪਹਿਲਾ ਵਾਲਾ ਬਲਾਕ
ਜਿੱਥੇ ਸਾਡਾ ਸ਼ੋਰੂਮ ਹੈ ਜੀ, ਪਹਿਲਾ ਵਾਲਾ ਡਾਕਟਰ ਜਿਹਨੂੰ ਡਾਕਟਰ ਸਾਹਿਬ ਸਿੰਘ ਬਲਾਕ ਬੜੀ ਦੇਰ ਮਸ਼ਹੂਰ ਰਿਹਾ, ਅੱਜ ਵੀ ਲੋਕ ਉਹਨੂੰ ਕਹਿੰਦੇ ਭਾਵੇਂ ਦੁਕਾਨ ਚਲੀ ਗਈ। ਤੇ ਉੱਥੇ ਐਟ ਹੋਮ ਕੀ ਤੁਸੀਂ 17 ਤੇ ਪਿਤਾ ਹੀ ਨੇ ਕਿਹਾ ਕਿ ਵਸਾਨਾ ਤਾਂ ਹੈਗਾ ਸਰਦਾਰ ਜੀ, ਪਰ ਸਰਕਾਰ ਜਦ ਬਨੀਆਂ ਹੋ ਜੇ ਤੇ ਬਨੀਆਂ ਦੇ ਚੁੰਗਲ 'ਚ ਅਸੀਂ ਕਿੱਥੋਂ ਫਸਾਂਗੇ। ਤੇ ਉਹ ਕਹਿੰਦੇ ਲੈ ਤੂੰ ਜੱਟਾਂ ਨੂੰ ਬਨੀਆਂ ਬਣਾਤਾ। ਤੇ ਉਹਨਾਂ ਨੇ ਕਿਹਾ ਬੀਬੀ ਮਿਸਟਰ ਬੀਬੀ ਵੋਰਾ ਅੰਕਲ ਵੋਰਾ ਫੈਮਿਲੀ ਕਮਾਲ ਦੇ ਇਨਸਾਨ, ਉਹਨਾਂ ਨਾਲ ਵੀ ਸਾਡੇ ਫੈਮਿਲੀ ਨਾਲ ਬੜਾ ਅੱਛਾ ਰਿਲੇਸ਼ਨ। ਤੇ ਉਹਨਾਂ ਕਿਹਾ ਵੋਰਾ ਸਾਹਿਬ ਨੂੰ ਬੁਲਾਓ। ਵੋਰਾ ਸਾਹਿਬ ਅੱਜ ਜੈਨ ਨੇ ਮੇਰੇ ਦੋਸਤ ਨੇ ਮੈਨੂੰ ਬਨੀਆਂ ਕਹਿ ਦਿੱਤਾ ਤੇ ਮੈਂ ਤਾਂ ਇਹੀ ਪੁੱਛਿਆ ਸੀ ਕਿ 17 ਸੈਕਟਰ ਵਸਾਨਾ ਨਹੀਂ। ਉਹ ਕਹਿੰਦੇ ਵਸਾਨਾ ਤਾਂ ਹੈਗਾ। ਤੇ ਵੋਰਾ ਸਾਹਿਬ ਫਿਰ ਕਿਉਂ, ਕੀ ਗੱਲ ਹੋ ਗਈ? ਕਹਿੰਦੇ ਜੀ ਅਸੀਂ ਕਿਰਾਇਆ 3000 ਰੱਖਿਆ ਸੀ ਤੇ ਜੈਨ ਸਾਹਿਬ ਮੰਨੇ ਨਹੀਂ, ਅਸੀਂ 2750 ਕੀਤਾ, ਫਿਰ 2500 ਕੀਤਾ ਜਾਵੇ। ਤੇ ਜੈਨ ਸਾਹਿਬ ਕੀ ਕਹਿੰਦੇ ਨੇ, ਜੈਨ ਤੁਸੀਂ ਕੀ ਕਹਿੰਦੇ ਹੋ? ਇਹ ਕਹਿੰਦੇ 500 ਰੁਪਈਆ, 500 ਰੁਪਏ। ਇਹ ਕਹਿੰਦੇ 500 ਰੁਪਏ ਦਾ ਕਿ 22 ਸੈਕਟਰ ਦੁਕਾਨਾਂ ਦਾ ਕਿਰਾਇਆ 250 ਰੁਪਇਆ, 240 ਰੁਪਏ, 280 ਰੁਪਏ। ਅਗਰ ਮੈਂ 500 ਅਗਰ 2 ਲੱਖ ਦੀ ਸੇਲ ਹੈ, ਮੇਰੀ ਸੇਲ ਅਗਰ 2 ਲੱਖ ਵੱਧ ਹੋਵੇ, 2 ਦੀ 4 ਲੱਖ ਹੋਏਗੀ, ਤਾਂ ਹੀ ਮੈਂ ਉੱਥੇ 500 ਰੁਪਇਆ ਕਿਰਾਇਆ ਕੱਢ ਪਾਵਾਂਗਾ ਨਾ। ਤੇ ਮੈਂ 2500 ਕਿਰਾਇਆ ਕਿਸ ਤਰ੍ਹਾਂ ਕੱਢ ਪਾਵਾਂਗਾ ਉੱਥੇ? ਤੇ ਗਲਤ ਹੈ। ਅੱਛਾ ਜੈਨ 500 ਕਹਿੰਦਾ ਹੈ। ਵੋਰਾ ਸਾਹਿਬ ਕੱਲ ਸਵੇਰੇ 11 ਵਜੇ ਪਹਿਲੀ ਦੁਕਾਨ 550 ਰੁਪਏ ਕਿਰਾਏ ਤੋਂ ਜੈਨ ਸਾਹਿਬ ਨੂੰ ਅਲਾਟ ਕਰੋ। ਚੰਡੀਗੜ੍ਹ ਜਿੱਥੇ ਵੱਡੇ ਸ਼ੋਰੂਮ ਜਾਂ ਹੋਰ ਕਈ ਰਵਾਇਤੀ ਗੱਲਾਂ ਨਾਲ ਮਸ਼ਹੂਰ ਹੈ, ਉੱਥੇ ਖਾਣ ਪੀਣ ਦੀਆਂ ਵੀ ਕੁਝ ਇਦਾਂ ਦੀਆਂ ਦੁਕਾਨਾਂ ਸੀ ਜਿਹੜੀਆਂ ਅੱਜ ਵੀ ਯਾਦ ਕੀਤੀਆਂ ਜਾਂਦੀਆਂ ਨੇ। ਸੈਕਟਰ 23 ਦੇ ਗੋਲ ਗੱਪੇ, ਇਸੇ ਤਰ੍ਹਾਂ ਹੋਰ ਕਈ ਤਰ੍ਹਾਂ ਦੇ, ਇੱਕ ਖਰੋੜਿਆਂ ਦੀ ਰੇਹੜੀ ਕਹਿੰਦੇ ਲੱਗਦੀ ਸੀ ਜਦੋਂ ਚੰਡੀਗੜ੍ਹ ਉਸਰਦਾ ਸੀ ਸੈਕਟਰ 20 'ਚ। ਤੇ ਜਿਹੜੀ ਲੇਬਰ ਸੀ ਉਹ ਜਦੋਂ ਥੱਕੀ ਟੁੱਟੀ ਜਾਂਦੀ ਸੀ ਤੇ ਗਰਮ ਗਰਮ ਖਰੋੜਿਆਂ ਦਾ ਸੂਪ ਪੀ ਕੇ ਤੇ ਆਪਣੇ ਘਰ ਨੂੰ ਜਾਂਦੀ ਸੀ। ਔਰ ਇਸੇ ਤਰ੍ਹਾਂ ਜੈਨ ਸਾਹਿਬ ਨੇ ਦੱਸਿਆ ਵੀ 22 'ਚ ਇੱਕ ਹਲਵਾਈ ਦੀ ਦੁਕਾਨ ਸੀ, ਉਹ ਦੇਸੀ ਘਿਓ ਦੀਆਂ ਮਠਿਆਈਆਂ ਬਣਾਉਂਦਾ ਸੀ। ਔਰ ਕਹਿੰਦੇ ਵੀ ਹੁਣ ਵੀ ਜਦੋਂ ਚੇਤੇ ਆ ਜਾਂਦਾ ਤੇ ਮੂੰਹ 'ਚ ਪਾਣੀ ਆ ਜਾਂਦਾ। ਕਿੱਥੇ ਦੁਕਾਨ ਸੀ ਉਹ? ਇਹ ਜਿੱਥੇ ਅਸੀਂ ਖੜੇ ਆ ਇਸ ਦੁਕਾਨ ਤੇ, ਇਹ ਗਿਰਧਾਰੀ ਲਾਲ ਹਲਵਾਈ ਹੁੰਦਾ ਸੀ ਦੇਸੀ ਘਿਓ ਦਾ। ਗਿਰਧਾਰੀ ਲਾਲ ਹਲਵਾਈ ਓਕੇ, ਇਹ ਇੱਕ ਲਾਜਵਾਬ ਹਲਵਾਈ ਸੀ। ਓਕੇ, ਦੇਸੀ ਘਿਓ ਦੀ ਪੂਰੀ, ਜਲੇਬੀ, ਇਹਦੇ ਸਮੋਸੇ, ਇਹਦਾ ਰਸਗੁੱਲਾ, ਇਹਦਾ ਪਤੀਸਾ, ਮੈਂ ਕਹਿੰਦਾ ਕੋਈ ਮੁਕਾਬਲਾ ਨਹੀਂ ਹੈ। ਅੱਜ ਵੀ ਤੁਸੀਂ ਹੁਣੇ ਗੱਲ ਕੀਤੀ ਹੈ ਤੇ ਉਹਦੇ ਵਿੱਚ ਉਦੋਂ ਦਾ ਸਵਾਦ ਅੱਜ ਮੂੰਹ ਦੇ ਵਿੱਚ ਆਉਂਦਾ ਹੈ ਤੇ ਉਸ ਸਮੋਸੇ ਦੀ ਸ਼ਕਲ ਮੂੰਹ 'ਚ ਆਉਂਦੀ ਹੈ। ਤੇ ਉਸ ਤੋਂ ਬਾਅਦ ਇਹ ਜਦੋਂ ਹਲਵਾਈ ਇੰਨਾ ਮਸ਼ਹੂਰ ਸੀ ਕਿ 1962 ਤੋਂ ਚਲਦੇ 1966 ਦੇ ਵਿੱਚ ਜਦੋਂ ਪੰਜਾਬ ਦਾ ਡਿਵੀਜ਼ਨ ਹੋਇਆ, ਪੰਜਾਬ ਦੇ ਵਿੱਚ ਬਟਵਾਰਾ ਹੋਇਆ, ਪੰਜਾਬ ਦਾ ਹਿਮਾਚਲ ਬਣਿਆ, ਹਰਿਆਣਾ ਬਣਿਆ ਤੇ ਚੰਡੀਗੜ੍ਹ ਬਣਿਆ। ਤੇ ਚੰਡੀਗੜ੍ਹ ਜਦੋਂ ਬੰਨਾ ਸੀ, ਇਹਦੀ ਕੈਪੀਟਲ ਕਿਹੜੀ ਹੋਵੇ, ਕਿਸ ਤਰ੍ਹਾਂ ਆ ਗਿਆ, ਤੇ ਉਹਦੇ ਉੱਪਰ ਸ਼ਾਹ ਕਮਿਸ਼ਨ ਬਿਠਾਇਆ ਗਿਆ ਸੀ। ਤੇ ਸ਼ਾਹ ਕਮਿਸ਼ਨ ਦੇ ਉੱਪਰ ਪੋਲੀਟੀਕਲ ਪਾਰਟੀਆਂ ਤੇ ਬਾਕੀ ਸਾਰੀਆਂ, ਤੇ ਉਸ ਡੈਲੀਗੇਸ਼ਨ ਦੇ ਵਿੱਚ ਉਹਨੂੰ ਮਿਲਣ ਵਾਲੀ ਸਿਰਫ ਇੱਕ ਡੈਲੀਗੇਸ਼ਨ ਇਹੋ ਜਿਹੀ ਸੀ ਜਿਹੜੀ ਮੇਰੇ ਸਵਰਗੀ ਦਾਦਾ ਜੀ ਸਵਰਗੀ ਸ਼੍ਰੀ ਲਾਲਾ ਆਨੰਦ ਗਿਆਨ ਚੰਦ ਜੈਨ, ਜਿਹੜੇ ਕਿ ਵਪਾਰੀਆਂ ਵੱਲੋਂ ਜਿਨ੍ਹਾਂ ਨੇ ਪੇਸ਼ ਕੀਤੇ, ਜਿਨ੍ਹਾਂ ਨੂੰ 2 ਮਿੰਟ ਦਾ ਵਕਤ ਮਿਲਿਆ ਸੀ। ਉਸ ਤੋਂ ਬਾਅਦ ਸ਼ਾਹ ਕਮਿਸ਼ਨ ਉਹਨਾਂ ਨੂੰ ਸੁਣਦਾ ਗਿਆ ਤੇ ਇੱਕ ਵਾਹਿਦ ਕੱਲੀ ਡੈਲੀਗੇਸ਼ਨ ਸੀ ਜਿਹਨੇ ਚੰਡੀਗੜ੍ਹ ਨੂੰ ਐਜ਼ ਏ ਯੂਟੀ ਡਿਕਲੇਅਰ ਕਰਨ ਦਾ ਪ੍ਰਸਤਾਵ ਰੱਖਿਆ ਕਿ ਚੰਡੀਗੜ੍ਹ ਨੂੰ ਯੂਟੀ ਬਣਾ ਦਿੱਤਾ ਜਾਣਾ। ਅਗਰ ਤੁਸੀਂ ਸ਼ਾਹ ਕਮਿਸ਼ਨ ਦੀ ਰਿਪੋਰਟ ਪੜ੍ਹੋਗੇ ਤੇ ਉਹਦੇ ਵਿੱਚ ਲਿਖਿਆ ਤਾਂ ਬਕਾਇਦਾ ਹੈ ਕਿ ਇੱਕ ਡੈਲੀਗੇਟ, ਸਿਰਫ ਇੱਕ ਇਹੋ ਜਿਹੀ ਡੈਲੀਗੇਸ਼ਨ ਸਾਨੂੰ ਆਈ ਜਿਹਨੇ ਕਿ ਇਹਨੂੰ ਯੂਟੀ ਰੱਖਣ ਦਾ ਪ੍ਰਸਤਾਵ ਦਿੱਤਾ। ਤੇ ਉਸ ਤੋਂ ਬਾਅਦ ਚੰਡੀਗੜ੍ਹ ਕਹਿ ਲਈਏ ਵੀ ਉਹ ਡੈਲੀਗੇਸ਼ਨ ਸੀ ਜਿਹਨੇ ਚੰਡੀਗੜ੍ਹ ਪੰਜਾਬ ਤੋਂ ਖੁਆਇਆ। ਬਿਲਕੁਲ ਨਹੀਂ, ਡੈਲੀਗੇਸ਼ਨ ਦੇਖੋ ਪੰਜਾਬ, ਇੱਥੇ ਸਾਡੇ ਸ਼ਹਿਰ ਨੂੰ ਖੂਨ ਲੱਗਿਆ ਦਾ, ਸਾਡੇ ਪਰਿਵਾਰ ਦਾ ਖੂਨ ਲੱਗਿਆ ਦਾ। ਇਹ ਸ਼ਹਿਰ ਨੂੰ ਵਸਾਣਾ, ਪੈਸੇ ਇਨਵੈਸਟਮੈਂਟ ਕਰਨਾ, ਪੈਸੇ ਉਸ ਖੂਨ 28 ਪੰਜਾਬੀ ਪਿੰਡਾਂ ਦਾ ਵੀ ਖੂਨ ਲੱਗਿਆ। ਨਹੀਂ ਖੂਨ ਲੱਗਿਆ ਦਾ ਜ਼ਰੂਰ। ਦੇਖੋ ਅੱਜ ਭਾਖੜਾ ਬਣਿਆ ਤੇ ਕਿੰਨੇ ਪਿੰਡ ਤੇ ਕਿੰਨੀਆਂ ਜਗ੍ਹਾ ਤਬਾਹ ਹੋਈਆਂ ਡਿਵੈਲਪਮੈਂਟ ਵਾਸਤੇ, ਤੇ ਕਈ ਕੁਰਬਾਨੀਆਂ ਦਾ ਗੱਲ ਨਿਕਲੀ ਜੈਨ ਸਾਹਿਬ। ਇੱਕ ਉਹ ਪਿੰਡਾਂ ਵਾਲੇ ਠੀਕ ਹੈ, ਇੱਕ ਪਿੰਡਾਂ ਵਾਲੇ ਇੱਕ ਨਾ ਇੱਕ ਕੂਕ ਸੁਣੋ ਪਿੰਡਾਂ ਵਾਲੇ ਇੱਕ ਨਾ ਕੂਕ ਇੱਕ ਤਰਲਾ ਮਾਰ ਰਹੇ ਆ ਵੀ ਯਾਰ ਤੁਸੀਂ ਕੁਝ ਨਹੀਂ ਸਾਡੇ ਲਈ ਕੀਤਾ। ਜਿਵੇਂ ਸੈਕਟਰ 17 ਹੈ, ਸੈਕਟਰ 22 ਹੈ, ਕਿਤੇ ਛੋਟਾ ਜਿਹਾ ਇੱਕ ਬੋਰਡ ਹੀ ਲਾ ਦਿਓ ਵੀ ਪਿੰਡ ਰੁੜਕੀ ਪੜਾਓ। ਲਓ ਜੀ ਤੁਹਾਨੂੰ ਹੁਣ ਚੰਡੀਗੜ੍ਹ ਦੀ ਪਹਿਲੀ ਹਲਵਾਈ ਮਾਰਕੀਟ ਦਿਖਾਉਂਦੇ ਆ। ਇਹ ਸੈਕਟਰ 22D ਦੀ ਬੂਥ ਕਹਿ ਲਓ। ਕਹਿੰਦੇ ਵੀ ਸ਼ੁਰੂ 'ਚ ਮੁੱਢ 'ਚ ਜਦੋਂ ਚੰਡੀਗੜ੍ਹ ਉਸਰਿਆ ਤੇ ਇਹ ਹਲਵਾਈ ਮਾਰਕੀਟ ਸੀ। ਸਾਰੇ ਇੱਥੇ ਸਮੋਸੇ, ਜਲੇਬੀਆਂ, ਬਰਫੀ, ਗੁਲਾਬ ਜਾਮਨ ਤੇ ਸਾਰਾ ਕੁਝ ਖਾਣ ਆਉਂਦੇ ਸੀ। ਅੱਜ ਜੈਨ ਸਾਹਿਬ ਮਾਰਕੀਟ ਜਿਹੜੀ ਹੈ ਆਊਟਡੇਟਡ ਲੱਗਦੀ ਕਿਉਂਕਿ ਵੱਡੇ ਵੱਡੇ ਸ਼ੋਰੂਮ ਖੁੱਲ ਗਏ, ਪਰ ਰਵਾਇਤੀ ਜੀ ਲੱਗ ਰਹੀ ਹੈ। ਇਸ ਤਰ੍ਹਾਂ ਤਰਲੋਚਨ ਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਸ਼ਹਿਰ ਆਪਣੀ ਮਾਂ ਨੂੰ ਭੁੱਲ ਗਿਆ, ਮਾਂ ਨੂੰ ਬਰਬਾਦ ਕਰਨ ਤੇ ਲੱਗਿਆ ਹੈ।
ਮਾਂ ਨੂੰ ਬੇਘਰ ਕਰਤਾ ਹੈ, ਕੋਈ ਡਿਵੈਲਪਮੈਂਟ ਨਹੀਂ ਹੈ। ਇਹ ਚੰਡੀਗੜ੍ਹ ਦੀ ਹਲਵਾਈ ਮਾਰਕੀਟ ਹੁੰਦੀ, ਇਹ ਚੰਡੀਗੜ੍ਹ ਦੀ ਹਲਵਾਈ ਮਾਰਕੀਟ ਹੈ ਪਹਿਲੇ। ਸ਼ਹਿਰ ਦਾ ਹਰ ਤਿਉਹਾਰ ਇਹਦੇ ਬਿਨਾ ਪੂਰਾ ਨਹੀਂ ਹੁੰਦਾ ਸੀ। ਜਿਨ ਕਿਸੇ ਨੇ ਮਿਠਾਈ ਲੈਣੀ ਉਹਨੇ ਇੱਥੇ ਆਣਾ। ਜਿਹੜੀ ਰੌਣਕ ਹੁੰਦੀ ਸੀ, ਇਹ ਰੌਣਕ ਇਸ ਤਰ੍ਹਾਂ ਦੀ ਹੁੰਦੀ ਸੀ ਤਿਉਹਾਰ ਦੇ ਉੱਪਰ ਤਰਲੋਚਨ ਜੀ, ਕਿ ਤੁਹਾਨੂੰ ਤੁਰਨ ਦੀ ਲੋੜ ਨਹੀਂ ਪੈਂਦੀ ਸੀ। ਤੁਸੀਂ ਆਪਣੇ ਆਪ ਹੀ ਜਿੱਥੇ ਪਹੁੰਚ ਜਾਂਦੇ ਸੀ, ਲੋਕ ਹੀ ਤੁਹਾਨੂੰ ਆਪਣੇ ਪਹੁੰਚਾ ਦਿੰਦੇ ਸੀ। ਕਿਧਰੇ ਥਾਂ ਨਹੀਂ ਹੁੰਦੀ ਸੀ ਪੈਰ ਰੱਖਣ ਨੂੰ। ਕਿਆ ਨਜ਼ਾਰਾ ਹੁੰਦਾ ਸੀ। ਦੀਵਾਲੀ ਆਂਦੀ ਸੀ, ਉਹ ਹੈਂਡ ਬੰਬ ਹੁੰਦੇ ਸੀਗੇ, ਪਟਾਕੇ ਪੈਰਾਂ 'ਚ ਮਾਰਨ ਵਾਲੇ। ਕਿਆ ਇੱਥੇ ਲੁਤਫ ਹੁੰਦਾ ਸੀ, ਕਿਆ ਰੌਣਕ ਹੁੰਦੀ ਸੀ, ਕਿਆ ਜਲਵਾ ਹੁੰਦਾ ਸੀ ਉਸ ਜ਼ਮਾਨੇ ਦਾ। ਅੱਜ ਉਹ ਜਿਹੜੀ ਕਮੀਆਂ ਨੇ ਨਾ, ਉਹਦਾ ਕਸੂਰਵਾਰ ਦੁਕਾਨਦਾਰ ਨਹੀਂ ਹੈ, ਉਹਦਾ ਕਸੂਰਵਾਰ ਪ੍ਰਸ਼ਾਸਨ ਹੈ। ਕਿਉਂ ਅੱਗੇ ਡਿਵੈਲਪਮੈਂਟ ਉਹ ਹੁਣ ਉੱਥੇ ਡਿਵੈਲਪਮੈਂਟ ਕਰਤਾ ਜਿੱਥੇ ਸਿਰਫ ਉਹਨਾਂ ਨੇ ਜਾਣਾ। ਜੈਨ ਸਾਹਿਬ ਇਹ ਕਹਿੰਦੇ ਨੇ ਵੀ ਅਸੀਂ ਜਿਹੜੀ ਵਿਰਾਸਤ ਹੈ ਇੱਥੋਂ ਦੇ ਹੈਰੀਟੇਜ ਆ, ਉਹਨੂੰ ਤਾਂ ਅਸੀਂ ਉਂਗਲ ਨਹੀਂ ਲਾਉਣ ਦੇਣੀ। ਜਿਵੇਂ ਕੁਝ ਨੀਲਮ ਥੀਏਟਰ ਹੈ ਉੱਦਾਂ ਹੀ ਪਿਆ, ਕਹਿੰਦੇ ਇਹਦੇ 'ਚ ਛੇੜਛਾੜ ਨਹੀਂ ਕਰ ਸਕਦੇ, ਉਹਨੂੰ ਤਾਂ ਬੜਾ ਸਾਂਭਦੇ ਨੇ। ਮੈਂ ਇਹਦੇ ਵਿੱਚ ਇਹ ਵਿਰਾਸਤ ਨਹੀਂ ਗੀ, ਇਹ ਵਿਰਾਸਤ ਹੈ। ਮੈਂ ਤਰਲੋਚਨ ਜੀ ਤੁਹਾਨੂੰ ਇੱਕ ਹੋਰ ਤੁਹਾਡੀ ਨੌਲੇਜ ਵਾਸਤੇ, ਸ਼ਹਿਰ ਦੀ ਨੌਲੇਜ ਵਾਸਤੇ ਦੱਸ ਦਿੰਦਾ। ਇਹਨਾਂ ਨੂੰ ਪੁੱਛੋ ਕਿ ਸਨ 2002 ਤੋਂ ਪਹਿਲਾਂ, ਸਨ 2002 ਤੋਂ ਪਹਿਲਾਂ ਕਿਧਰੇ ਵੀ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਸੇ ਲੈਟਰ ਦੇ ਵਿੱਚ ਕਿਸੇ ਜਗ੍ਹਾ ਚੰਡੀਗੜ੍ਹ ਨੂੰ ਹੈਰੀਟੇਜ ਦਾ ਸਟੇਟਸ ਵਾਸਤੇ ਕੋਈ ਕੋਸ਼ਿਸ਼ ਕੀਤੀ, ਕਿਧਰੇ ਹੈਰੀਟੇਜ ਦੀ ਗੱਲ ਕੀਤੀ? ਮੈਂ ਤੁਹਾਨੂੰ ਦੱਸਾਂ, ਸਨ 2002 'ਚ ਅਸੀਂ ਸ਼ਾਪਿੰਗ ਫੈਸਟੀਵਲ ਲਗਾਇਆ, ਤੁਹਾਨੂੰ ਯਾਦ ਹੋਏਗਾ, ਤੁਸੀਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਥੇ ਲਗਾਇਆ ਸੀਗਾ। ਉਦੋਂ ਜਦੋਂ ਮੈਂ ਚਿੱਠੀ ਲਿਖੀ ਸੀ ਗਵਰਨਰ ਨੂੰ, ਤੇ ਇਹਨੂੰ ਮੈਂ ਐਜ਼ ਏ ਹੈਰੀਟੇਜ ਸਿਟੀ, ਐਜ਼ ਏ ਹੈਰੀਟੇਜ ਮਾਰਕੀਟ ਇਹਨੂੰ ਮੈਂ ਕਰਕੇ ਲਿਖਿਆ ਸੀ। ਤੇ ਉਦੋਂ ਤੋਂ ਉਹ ਪਹਿਲੀ ਵਰਗੀ ਹੈ ਜਦੋਂ ਉੱਥੋਂ ਦੀ ਚੰਡੀਗੜ੍ਹ ਪ੍ਰਸ਼ਾਸਨ ਨੇ ਹੈਰੀਟੇਜ ਸਟੇਟਸ ਦੀ ਗੱਲ ਪਕੜੀ। ਅਫਸਰਾਂ ਨੇ ਹੈਰੀਟੇਜ ਹੈਗੀ, ਇਹ ਹੈਰੀਟੇਜ ਮਾਰਕੀਟ ਹੈ, ਹੈਰੀਟੇਜ ਸਿਟੀ ਹੈ, ਕਿਉਂਕਿ ਇਹ ਇੱਕ ਪਲੈਨਡ ਸਿਟੀ ਹੈ, ਹੈਰੀਟੇਜ ਸਿਟੀ ਹੈ, ਦੁਨੀਆ ਦੇ ਵਿੱਚ ਇੱਕ ਮੰਨੀ ਪਰਮੰਨੀ ਸਿਟੀ ਹੈ। ਦੇਸ਼ ਦੀ ਸਾਰੀ ਨਵੀਆਂ ਅੱਜ ਦੀਆਂ ਸਿਟੀ ਜਿੰਨੀਆਂ ਬਣ ਰਹੀਆਂ ਉਹ ਚੰਡੀਗੜ੍ਹ ਨੂੰ ਦੇਖ ਕੇ ਬਣਦੀਆਂ ਨੇ, ਜਿਹੜਾ ਪਲੈਨਿੰਗ ਸਟਰਕਚਰ ਉਹਨੂੰ ਦੇਖ ਕੇ ਬਣਦਾ। ਬਟ ਜੋ ਤੁਸੀਂ ਇੱਥੇ ਅਗਰ ਉਹਨੂੰ ਕਵਰ ਕਰੋਗੇ, ਦੇਖੋ ਹਾਲਾਤ, ਇਹ 22 ਸੈਕਟਰ, ਇਹ ਮਾਂ ਜਿਹਨੇ ਜਨਮ ਦਿੱਤਾ, ਅੱਜ ਸਾਡਾ ਪ੍ਰਸ਼ਾਸਨ, ਤੁਸੀਂ ਸੜਕਾਂ ਉਧਰ ਦੀਆਂ ਉੱਥੇ ਹੀ ਡਿਵੈਲਪਮੈਂਟ ਹੋਏਗੀ ਜਿੱਥੇ ਸਾਡੇ ਅਫਸਰਾਂ ਨੇ ਜਾਣਾ। ਨਾਲ ਚੰਡੀਗੜ੍ਹ ਪ੍ਰਸ਼ਾਸਨ ਧੱਕਾ ਕਿਉਂ ਕਰਦਾ? ਇੱਕ ਹੋਰ ਹੈ, ਚੰਡੀਗੜ੍ਹ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਹੈ। ਇਹ ਮਾਵਾਂ ਨੂੰ ਭੁੱਲ ਗਿਆ, ਪੰਜਾਬੀ ਨੂੰ ਭੁੱਲ ਗਿਆ, ਹਿੰਦੀ ਨੂੰ ਭੁੱਲ ਗਿਆ। ਮੈਂ ਤੁਹਾਨੂੰ ਇਹ ਦੱਸਣ ਲੱਗਾ। ਉਸ ਤੋਂ ਬਾਅਦ ਹੁਣ ਤੁਸੀਂ ਇਸ ਹਲਵਾਈ ਮਾਰਕੀਟ ਦੀ ਗੱਲ ਕਰ ਰਹੇ ਹੋ, ਮੈਂ ਤੁਹਾਨੂੰ ਅੱਜ ਇੱਕ ਯਾਦ ਕਰਾਂ, ਜਦੋਂ ਫਿਰ 1966 ਦੇ ਵਿੱਚ ਚੰਡੀਗੜ੍ਹ UT ਬਣਿਆ, ਤੇ ਚੰਡੀਗੜ੍ਹ ਦੇ ਪਹਿਲੇ ਜਿਹੜੇ ਚੀਫ ਕਮਿਸ਼ਨਰ ਬਣੇ ਉਹ ਡਾਕਟਰ MS ਰੰਧਾਵਾ ਬਣੇ, ICS। ਉਹ ਵੀ ਮੇਰੇ ਪਿਤਾ ਜੀ ਦਾ ਨਾਂ ਲੈ ਕੇ ਤੁਸੀਂ ਇੰਨੇ ਮੁਸਕਰਾ ਕਿਉਂ ਰਹੇ? ਮੈਂ ਕਹਿੰਦਾ ਜੀ ਉਹ ਵਧੀਆ ਐਡਮਿਨਿਸਟ੍ਰੇਟਰ ਕਿ ਆਪ ਪੈਦਾ ਨਹੀਂ ਹੋ, ਉਹ ਜਿਹਾ ਨਫੀਸ ਇਨਸਾਨ ਪੈਦਾ ਨਹੀਂ ਹੋ ਸਕਦਾ। ICS ਸੀਗੇ, ਉਹ ਮੇਰੇ ਪਿਤਾ ਜੀ ਦੇ ਬੜੇ ਹੀ ਕਲੋਜ਼ ਦੋਸਤ ਸਨ। ਦੇਖੋ ਪੁਰਾਣਿਆਂ 'ਚ ਮੈਂ ਤੁਹਾਨੂੰ ਦੱਸਦਾ, ਸਰਦਾਰ ਨਵਾਬ ਸਿੰਘ ਚੀਫ ਸੈਕਟਰੀ ਰਹੇ, ਮਿਸਟਰ SN ਭਨੋਟ ਰਹੇ, ਸਰਦਾਰ ਦਲਜੀਤ ਸਿੰਘ ਰਹੇ, ਮਿਸਟਰ ਫਲੈਚਰ ਰਹੇ, ਇਹ ICS ਅਫਸਰ ਸਨ। ਮਿਸਟਰ ਨਕੁਲ ਸੈਨ ਰਹੇ, ਡਾਕਟਰ ਭਾਟੀਆ ਹੁੰਦੇ ਸੀ, ਚੀਫ ਮੈਡੀਕਲ ਅਫਸਰ ਹੁੰਦੇ ਸੀ। ਇਹ ਸਭ ਇੰਨੇ ਕਲੋਜ਼ ਸੀ, ਇਹਨਾਂ ਨੂੰ ਕੋਈ ਗੱਲ ਉਹਨਾਂ ਬਾਰੇ ਤਾਂ ਇੱਥੋਂ ਤੱਕ ਸੁਣਿਆ ਵੀ ਜਿਹੜਾ ਰੋਜ਼ ਗਾਰਡਨ ਸੀ, ਉਹ ਰੰਬਾ ਲੈ ਕੇ ਆਪ ਬੈਠ ਜਾਂਦੇ ਸੀ। ਬਿਲਕੁਲ, ਨਹੀਂ ਮੈਂ ਆਪਾਂ ਇਹ ਸਾਰੇ ਦਰਖਤ ਦੇਖਦੇ ਹਾਂ, ਹਫਤੇ 'ਚ ਇਹ ਵੀ ਉਹਨਾਂ ਦੀ ਕ੍ਰੀਏਸ਼ਨ। ਹਫਤੇ 'ਚ 3 ਵਾਰ ਉਹ ਸ਼ਾਮੀ ਦਫ਼ਤਰ ਤੋਂ ਜਿਹੜੇ ਛੁੱਟੀ ਹੁੰਦੀ ਸੀ, ਉਹ ਮੇਰੇ ਪਿਤਾ ਜੀ ਕੋਲ ਆਉਂਦੇ ਸੀ। ਉਹ ਜਲੇਬੀ ਦੇ ਬੜੇ ਸ਼ੌਕੀਨ ਸੀ। ਇਹ ਹਲਵਾਈ ਗਰਦਾਰ ਹੀ ਲਾਗਾ, ਉਹ ਜਲੇਬੀ ਦੇ ਬੜੇ ਸ਼ੌਕੀਨ ਸੀ। ਤੇ ਸ਼ਾਮੀ ਜਿਹੜੇ ਉਹਨਾਂ ਦੇ ਆਉਣ ਦਾ ਟਾਈਮ ਹੁੰਦਾ ਸੀ, ਤੇ ਮੇਰੇ ਪਿਤਾ ਜੀ ਪਹਿਲੇ ਮੁੰਡੇ ਨੂੰ ਭੇਜ ਦਿੰਦੇ ਸੀ, ਜਾ ਕਾਕਾ ਜਲੇਬੀਆਂ ਕਢਾ ਕੇ ਲਿਆ, ਰੰਧਾਵਾ ਸਾਹਿਬ ਦੇ ਆਉਣ ਦਾ ਟਾਈਮ ਹੋ ਗਿਆ। ਹਾਂਜੀ, ਤੇ ਜਲੇਬੀ ਤੇ ਇੱਕ ਕੌਫੀ ਪੀਣੀ। ਇੱਕ ਉਹਨਾਂ 'ਚ ਬੜੀ ਖਾਸੀਅਤ ਸੀ, ਪਹਿਲੇ ਆਉਂਦੇ ਸੀ ਨਾ, ਸਭ ਤੋਂ ਪਹਿਲੇ ਜਿਹੜੀ ਕੌਫੀ ਜਾਂ ਚਾਹ ਸੀ ਉਹ ਆਪਣੇ ਡਰਾਈਵਰ ਨੂੰ ਭੇਜਦੇ ਸੀ। ਫਿਰ ਉਸ ਤੋਂ ਬਾਅਦ ਮੇਰੇ ਪਿਤਾ ਜੀ ਨੂੰ ਲੈ ਕੇ, ਤੇ ਉਹਨਾਂ ਦੀ ਗੱਡੀ ਦੇ ਵਿੱਚ ਦੋਨੋਂ ਪਾਸੇ ਇੱਕ ਡੈਰੀ ਤੇ ਇੱਕ ਪੈਨਸਲ ਪਈ ਹੁੰਦੀ ਸੀ। ਹਫਤੇ 3 ਵਾਰ ਉਹ ਮੇਰੇ ਪਿਤਾ ਜੀ ਨੂੰ ਲੈ ਕੇ ਸ਼ਹਿਰ ਦਾ ਦੌਰਾ ਕਰਨ ਨਿਕਲਦੇ ਸੀ, ਸ਼ਾਮੀ 1 ਘੰਟੇ ਵਾਸਤੇ। ਜੈਨ ਸਾਹਿਬ ਤੁਸੀਂ ਇਸ ਪਾਸਿਓਂ ਨੋਟ ਕਰੋ ਕੀ ਕਮੀ ਹੈ, ਮੈਂ ਇਸ ਪਾਸਿਓਂ ਨੋਟ ਕਰਦਾ। 1 ਘੰਟਾ ਸਰਵੇ ਕਰਦੇ ਸੀ, ਕਿਹੜੀ ਜਗ੍ਹਾ ਗੰਦ ਪਿਆ ਹੈ, ਸੜਕ ਟੁੱਟੀ ਹੈ, ਟਾਈਲ ਟੁੱਟੀ ਹੈ, ਕੀ ਖਰਾਬੀ ਹੈ। ਜੋ ਕਿ ਆਪਣੇ ਅਫਸਰ ਨੇ, ਇਹ ਤੇ ਏਸੀ ਕਮਰਿਆਂ ਚੋਂ ਨਿਕਲਦੇ ਹੀ ਨਹੀਂ। ਨਾ, ਇਹ ਤੇ ਐਸ਼ ਕਰਨ ਆਏ ਦੇ ਆ। ਇਹ ਚੰਡੀਗੜ੍ਹ ਹੁਣ ਐਸ਼ ਦਾ ਸ਼ਹਿਰ ਹੋ ਗਿਆ। ਬਿਊਟੀਫੁਲ ਸਿਟੀ ਚੰਡੀਗੜ੍ਹ 'ਚ ਜੇ ਆਪਾਂ ਹੋਟਲਾਂ ਦੀ, ਰੈਸਟੋਰੈਂਟਾਂ ਦੀ ਗੱਲ ਕਰੀਏ ਤੇ ਸਿਰੇ ਤੇ ਲੱਗੇ ਨੇ, ਗਿਣਤੀ ਪੱਖੋਂ ਵੀ ਤੇ 5 ਸਟਾਰ ਹੋਟਲ ਪੱਖੋਂ ਵੀ। ਪਰ ਤੁਹਾਨੂੰ ਚੰਡੀਗੜ੍ਹ ਦਾ ਪਹਿਲਾ ਰੈਸਟੋਰੈਂਟ ਜਿਹੜਾ ਸੈਕਟਰ 22 'ਚ ਹੈ, ਅੱਜ ਉਹ ਦਿਖਾਵਾਂਗੇ। ਭਾਵੇਂ ਇਹਦਾ ਨਾਂ ਬਹੁਤਿਆਂ ਨੂੰ ਨਹੀਂ ਪਤਾ, ਪਰ ਜਿਹੜੇ ਟ੍ਰੈਡੀਸ਼ਨਲ ਲੋਕ ਨੇ, ਪੁਰਾਣੇ ਲੋਕ ਨੇ, ਔਰ ਇਹ ਵੀ ਜਾਣਕਾਰੀ ਮਿਲੀ ਆ ਵੀ ਵੱਡੇ ਜਿਹੜੇ ਸਿਆਸਤਦਾਨ ਸੀ ਪੰਜਾਬ ਦੇ, ਹਰਿਆਣੇ ਦੇ,
ਕਿਸੇ ਵੇਲੇ ਇੱਥੇ ਉਹ ਲੰਚ ਤੇ ਡਿਨਰ ਕਰਨ ਆਉਂਦੇ ਸੀ। ਬਿਲਕੁਲ ਨੋਵਲਟੀ ਰੈਸਟੋਰੈਂਟ ਜਿਸਲੇ ਵੀ ਅਸੈਂਬਲੀ ਦਾ ਸੈਸ਼ਨ ਹੁੰਦਾ ਸੀਗਾ, ਹਰ ਐਮਐਲਏ ਮਿਨਿਸਟਰ ਜਿੰਨੇ ਵੀ ਬਾਹਰੋਂ ਲੋਕ ਆਏ ਹੁੰਦੇ ਸੀ ਸਾਰੇ ਉੱਥੋਂ ਦੀ ਲੰਚ ਇੱਥੇ ਕਰਨ ਆਨੇ। ਤੇ ਚੰਡੀਗੜ੍ਹ ਦੇ 22 ਸੈਕਟਰ ਸਭ ਤੋਂ ਪਹਿਲਾ ਸੈਕਟਰ ਬਣਿਆ। ਇਹਦੇ ਨਾਲ ਜਿਹੜੀ ਡਿਵੈਲਪਮੈਂਟ ਹੋਈ ਉਹ 22 ਸੈਕਟਰ ਦੇ ਨਾਲ 16 ਸੈਕਟਰ ਦੀ ਹੋਈ। ਉੱਥੇ ਸਰਕਾਰੀ ਮਕਾਨ ਬਣੇ ਨਾਲ ਲੱਗਦਾ ਸੀਗਾ। ਤੇ ਜਿਹੜੇ ਦਫ਼ਤਰ ਸੀ ਕਈ ਜਿਸ ਤਰ੍ਹਾਂ ਹੈਲਥ ਦੇ ਜਾਂ ਕੋਈ ਵੀ, ਤੇ ਉਹ ਸਰਕਾਰੀ ਮਕਾਨਾਂ ਦੇ ਅੰਦਰ ਹੁੰਦੇ ਸੀ, ਮਕਾਨਾਂ ਦੇ ਵਿੱਚ ਹੀ ਹੁੰਦੇ ਸੀ। ਕਿਉਂਕਿ ਉਹ ਡਿਵੈਲਪਮੈਂਟ ਦਾ ਜਿਹੜੇ ਇੱਧਰ ਦੀਆਂ ਬਿਲਡਿੰਗਾਂ ਦੇ ਸਾਰਾ ਜਿਹੜੇ ਬਾਅਦ ਬਣਨਾ ਸ਼ੁਰੂ ਹੋਇਆ, ਦਫ਼ਤਰ ਬਾਅਦ ਬਣਨਾ ਸ਼ੁਰੂ ਹੋਇਆ। ਮੈਂ ਤਾਂ ਤੁਹਾਨੂੰ ਇੱਕ ਗੱਲ, ਤੁਸੀਂ ਅੱਜ ਮੇਰੇ ਨਾਲ ਗੱਲ ਕੀਤੀ ਹੈ, ਚੰਡੀਗੜ੍ਹ ਦੇ ਵਿੱਚ ਇਹ ਇੱਕ ਪਲਾਨ ਸਿਟੀ ਨਾਲ ਇੱਕ ਕਮਰਸ਼ੀਅਲ ਏਰੀਆ ਬਣਾਇਆ ਗਿਆ। ਇਹਦੇ ਉੱਪਰ ਟੈਂਪਰੇਰੀ ਰੈਜ਼ੀਡੈਂਸ ਸੀਗੇ। ਜਿਹੜਾ ਵੀ ਕੋਈ ਬਾਹਰੋਂ ਆਉਂਦਾ ਸੀ, ਕੋਈ ਤਿਉਹਾਰ, ਕੋਈ ਕਿਸੇ ਕਿਸਮ ਦੀ ਕੋਈ ਐਕਟੀਵਿਟੀ, ਉਹ 22 ਸੈਕਟਰ ਹੀ ਹੁੰਦਾ ਸੀ। ਇਹ ਇੱਕ ਗੜ੍ਹ ਸੀ। ਇਹਨੇ ਸਾਰੇ ਸ਼ਹਿਰ ਨੂੰ ਜਨਮ ਦਿੱਤਾ ਹੈ। ਜਿਹੜਾ ਅਗਰ ਤੁਸੀਂ ਕਹੋ ਡਿਵੈਲਪਮੈਂਟ ਟੈਕਸ ਨਾਲ ਹੀ ਹੁੰਦੀ ਹੈ, ਟੈਕਸ ਰੈਵਨਿਊ ਨਾਲ ਹੀ ਹੁੰਦੀ ਹੈ ਨਾ। ਅਗਰ ਸ਼ਹਿਰ ਦਾ ਸਾਰਾ ਜਿੰਨਾ ਵੀ ਸ਼ਹਿਰ ਵਸਿਆ ਉਹ 22 ਸੈਕਟਰ ਦੇ ਰੈਵਨਿਊ ਨਾਲ ਹੀ ਵਸਿਆ ਨਾ। ਤੇ ਉਹ ਰੈਵਨਿਊ ਜਿੰਨਾ ਅੱਜ ਦੀ ਤਰੀਕ ਵੀ ਇਕੱਠਾ ਹੁੰਦਾ ਹੈ, ਸਭ ਤੋਂ ਜ਼ਿਆਦਾ ਮੈਂ ਸਮਝਦਾ ਰੈਵਨਿਊ 22 ਸੈਕਟਰ ਤੋਂ ਇਕੱਠਾ ਹੋ ਕੇ ਅੱਜ ਵੀ ਟੈਕਸ ਸਟਰਕਚਰ ਜਾਂਦਾ। ਮੈਂ ਜਦੋਂ 1983 ਚ ਚੰਡੀਗੜ੍ਹ ਆਇਆ ਸੀ ਤੇ ਚੰਡੀਗੜ੍ਹ ਦੀਆਂ ਚੌੜੀਆਂ ਖੁੱਲੀਆਂ ਸੜਕਾਂ ਦੇਖ ਕੇ ਸੋਚਦਾ ਸੀ ਇਹ ਕਿਹਦੇ ਲਈ ਬਣਾਈਆਂ ਨੇ। ਸਾਈਕਲ ਸੀ, ਟਾਵਾਂ ਸਕੂਟਰ ਸੀ, ਵਿੱਚ ਕਿਤੇ ਕੋਈ ਕਾਰ ਦਿਖਦੀ ਸੀ ਤੇ ਲੱਗਦਾ ਸੀ ਇਹ ਤੇ ਫਾਲਤੂ ਦਾ ਖਰਚਾ ਕਰ ਲਿਆ। ਪਰ ਅੱਜ ਸੜਕਾਂ, ਟ੍ਰੈਫਿਕ, ਉਹ ਚੰਡੀਗੜ੍ਹ ਦੀ ਪਾਰਕਿੰਗ ਜਿਹੜੀ ਹੈ ਇਹ ਮੁੱਦੇ ਵੱਡੀ ਸਮੱਸਿਆ ਬਣੀ ਹੈ। ਪਰ ਗੱਲ ਅਸੀਂ ਉੱਥੇ ਲਿਆਵਾਂਗੇ। ਤੁਸੀਂ ਚੰਡੀਗੜ੍ਹ 'ਚ ਕਈ ਟ੍ਰੈਫਿਕ ਲਾਈਟਾਂ ਦੇਖੀਆਂ ਹੋਣਗੀਆਂ। ਇਹ ਵੀ ਕਿਹਾ ਜਾਂਦਾ ਵੀ ਸੈਂਕੜੇ CCTV ਕੈਮਰੇ ਲਾਤੇ, ਪਰ ਇੱਕ ਟ੍ਰੈਫਿਕ ਲਾਈਟ ਪੁਆਇੰਟ ਤੁਹਾਨੂੰ ਦਿਖਾਵਾਂਗੇ ਜਿਹੜੀ ਚੰਡੀਗੜ੍ਹ ਦੀ ਵਿਰਾਸਤ ਹੈ, ਹੈਰੀਟੇਜ ਹੈ। ਜੈਨ ਸਾਹਿਬ ਦੱਸਣਗੇ। ਜੈਸੇ 22-23 ਦਾ ਲਾਈਟ ਪੁਆਇੰਟ ਸਭ ਤੋਂ ਪਹਿਲੇ ਜਿਹੜੀਆਂ ਚੰਡੀਗੜ੍ਹ ਦੇ ਵੀ ਟ੍ਰੈਫਿਕ ਲਾਈਟਸ ਲੱਗੀਆਂ ਉਹ ਇੱਧਰ ਲੱਗੀਆਂ। ਇਹ ਲੱਗੀਆਂ, ਫਿਰ ਕਿਰਨ ਵਾਲੀਆਂ ਲੱਗੀਆਂ ਤੇ ਅਰੋਮਾ ਵਾਲੀਆਂ ਲੱਗੀਆਂ। ਇੱਥੋਂ ਦੀ ਸ਼ੁਰੂਆਤ ਹੁੰਦੀ। ਸ਼ੁਰੂ ਦੇ ਵਿੱਚ ਜਿਹੜੀਆਂ ਬੱਸ ਸਟੈਂਡ ਤੋਂ ਬੱਸਾਂ ਜਿਹੜੀਆਂ ਚੱਲਦੀਆਂ ਸੀਗੀਆਂ ਉਹ ਅਰੋਮਾ ਵਾਲੇ ਉੱਥੋਂ ਦੀ ਜਾਂਦੀਆਂ ਹੁੰਦੀਆਂ ਸੀ। ਸੜਕ ਅਰੋਮਾ ਵਾਲੀ ਜਿਹੜੀ ਰੋਡ ਹੈ ਬੱਸ ਸਟੈਂਡ ਤੋਂ ਚੌਂਕ ਤੋਂ ਇੱਥੋਂ ਜਾਂਦੀਆਂ ਹੁੰਦੀਆਂ ਸੀ। ਤੇ ਪਿਕੈਡਲੀ ਚੌਂਕ ਤੋਂ ਖੱਬੇ ਪਾਸੇ ਦਿੱਲੀ ਚਲੀਆਂ ਜਾਂਦੀਆਂ ਸੀ ਤੇ ਜਿਹੜੀਆਂ ਸੱਜੇ ਪਾਸੇ ਹੋ ਜਾਂਦੀਆਂ ਸੀ ਉਹ ਲੁਧਿਆਣੇ ਪੰਜਾਬ ਨੂੰ ਜਾਣ ਵਾਸਤੇ ਹੋ ਜਾਂਦੀਆਂ ਸੀ। ਉਸ ਤੋਂ ਬਾਅਦ ਜਿਹੜੀ ਬੱਸਾਂ ਆਉਂਦੀਆਂ ਸੀ ਜਿਹੜੇ ਤੇ ਉਹ ਇਸ ਰੋਡ ਤੋਂ ਆਉਂਦੀਆਂ ਹੁੰਦੀਆਂ ਸੀ। ਸਾਰੀ ਜਿਹੜੀ ਬੱਸਾਂ ਕਹਿੰਦੇ ਸੀ ਉਦੋਂ ਇਹਨੂੰ 22-23 ਦੀ ਰੋਡ ਕਹਿੰਦੇ ਸੀ। 22-23 ਦੀ ਰੋਡ ਕਹਿੰਦੇ ਸੀ। ਜਿਹੜੀ ਵੀ ਬੱਸ ਉਹਨੇ ਇੱਥੇ ਰੁਕਣਾ ਹੀ ਰੁਕਣਾ। ਇਹ ਇੱਕ ਅੱਡਾ ਹੁੰਦਾ ਸੀਗਾ ਬੜਾ ਜ਼ਬਰਦਸਤ। ਸਮਝੋ ਇਹਨੂੰ ਦੂਸਰਾ ਅੱਡਾ ਕਹਿ ਲਓ। ਜਿਹੜੇ ਬੱਸਾਂ ਇੱਥੇ ਚੜ੍ਹਾਈ ਵਾਸਤੇ ਵੀ ਤੇ ਉਤਰਾਈ ਵਾਸਤੇ ਵੀ ਇੱਥੋਂ ਲੋਕ ਉਤਰਦੇ ਸੀ। ਮੇਨ ਮਾਰਕੀਟ ਇਹ ਸੀ ਔਰ ਲੋਕਾਂ ਦਾ ਆਣਾ ਜਾਣਾ ਵੀ ਇੱਥੇ ਹੀ ਹੁੰਦਾ ਸੀ। ਤੇ ਇਹ ਇੱਕ ਬੜਾ ਵੱਡਾ ਮਤਲਬ ਇੱਕ ਯਾਦਾਂ ਹੈ ਕਿ ਚਲੋ ਇਹ ਲੱਗਿਆ। ਬਟ ਅੱਜ ਤੁਸੀਂ ਦੇਖੋ ਟ੍ਰੈਫਿਕ ਜਦੋਂ ਲਾਈਟਾਂ ਲੱਗੀਆਂ ਤੇ ਲੋਕ ਕਹਿੰਦੇ ਸੀ ਕਿਹਦੇ ਵਾਸਤੇ ਲਾਈਆਂ ਨੇ। ਉਦੋਂ ਵੀ ਕਹਿੰਦੇ ਹੁਣ ਕਿਹਦੇ ਵਾਸਤੇ ਲਾਈਆਂ, ਐਵੇਂ ਸਾਨੂੰ ਖੜਾ ਕਰ ਦਿੱਤਾ। ਲੋਕ ਕਹਿੰਦੇ ਪਰ ਅੱਜ ਦੀ ਜ਼ਰੂਰਤ ਉਸ ਵੇਲੇ ਦੀ ਜ਼ਰੂਰਤ। ਇਹ ਇੱਕ ਅੱਛੀ ਸੋਚ ਸੀਗੀ। ਸੋ ਤੁਸੀਂ ਸੈਕਟਰ 22 ਦੇ ਜਿਹੜੇ ਰਵਾਇਤੀ ਟ੍ਰੈਡੀਸ਼ਨਲ ਹੈਰੀਟੇਜ ਤੱਥ ਸੁਣੇ। ਜੈਨ ਸਾਹਿਬ 70 ਸਾਲ ਪੂਰੇ ਹੋ ਗਏ। 70 ਸਾਲ ਪੂਰੇ 70 ਸਾਲ। ਓਕੇ। ਚੰਡੀਗੜ੍ਹ ਨੂੰ ਬਣਿਆ 1 ਨਵੰਬਰ 2022, ਪੂਰੇ 70 ਸਾਲ ਹੋ ਗਏ। ਸੈਕਟਰ 22 ਦਿਖਾਉਣ ਦਾ ਤੁਹਾਨੂੰ ਅਰਥ ਇਹੀ ਸੀ, ਜਿਵੇਂ ਅਰਵਿੰਦ ਜੈਨ ਹੋਣਾ ਨੇ ਦੱਸਿਆ ਕਿ ਸੈਕਟਰ 22 ਜਿਹੜਾ ਹੈ ਇਹ ਚੰਡੀਗੜ੍ਹ ਦਾ ਮੁੱਢ ਹੈ। ਸਭ ਤੋਂ ਪਹਿਲੀ ਮਾਰਕੀਟ ਹੈ। ਸਭ ਤੋਂ ਪਹਿਲਾਂ ਇੱਥੇ ਬੂਥ ਬਣੇ ਤੇ ਸਭ ਤੋਂ ਪਹਿਲਾਂ 2 ਕੁਆਟਰ ਬਣੇ ਤੇ ਸੈਕਟਰ 22 ਦੇ ਟ੍ਰੈਫਿਕ ਲਾਈਟ ਪੁਆਇੰਟ ਵੀ ਜਿਹੜਾ ਸਭ ਤੋਂ ਪਹਿਲਾਂ ਇਸ ਮਾਰਕੀਟ 'ਚ ਬਣਿਆ। ਔਰ ਵੱਡੀ ਗੱਲ ਇਹ ਹੈ ਵੀ ਜਲੇਬੀਆਂ, ਲੱਡੂ, ਬਰਫੀ, ਗੁਲਾਬ ਜਾਮਨ ਤੇ ਹੋਰ ਮਠਿਆਈ ਦਾ ਸਮਾਨ ਵੀ ਜਿਹੜਾ ਆ, ਮਠਿਆਈ ਮਾਰਕੀਟ ਜਿਹੜੀ ਦਿਖਾਈ ਹੈ ਉਹ ਵੀ ਇੱਥੋਂ ਸ਼ੁਰੂ ਹੋਇਆ। ਸੋ ਇਸ ਤੋਂ ਬਾਅਦ ਤੁਹਾਨੂੰ ਹੋਰ ਵੀ ਚੰਡੀਗੜ੍ਹ ਦੇ ਕਈ ਨਜ਼ਾਰੇ ਦਿਖਾਵਾਂਗੇ।